ਬਡਭਾਗ ਸਿੰਘ ਜੋ ਕਹੀ ਸੋਨ ਲੀਨੀ ਮਾਣ। ਜਿਹੜੀਆਂ ਜਿਹੜੀਆਂ ਸ਼ਰਤਾਂ ਸੋਢੀ ਬਾਬਾ ਵਡਭਾਗ ਸਿੰਘ ਜੀ ਨੇ ਕਹੀਆਂ ਉਹ ਦੀਨਾ ਬੇਗ ਨੇ ਮੰਨ ਲਈਆਂ। ਖਾਈ ਕਸਮ ਕੁਰਾਨ ਕੀ ਸਾਬਤ ਰੱਖੋ ਈਮਾਨ। ਤੇ ਦੀਨਾ ਬੇਗ ਤੋਂ ਬਾਬਾ ਵਡਭਾਗ ਸਿੰਘ ਜੀ ਨੇ ਪੱਕਾ ਵਾਅਦਾ ਕਰਾ ਲਿਆ, ਬਚਨ ਕਰਾ ਲਿਆ। ਦੀਨਾ ਬੇਗ ਨੇ ਕੁਰਾਨ ਦੀ ਕਸਮ ਖਾਧੀ ਕਿ ਮੈਂ ਈਮਾਨ ਤੇ ਪੱਕਾ ਰਹਾਂਗਾ, ਜਿਹੜੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਉਹਦੇ ਤੋਂ ਫਿਰਾਂਗਾ ਨਹੀਂ। ਚੌਪਈ ਬਡਭਾਗ ਸਿੰਘ ਲਿਖ ਖਾਲਸੇ ਕਹੀ। ਬਾਬਾ ਵਡਭਾਗ ਸਿੰਘ ਹੋਰਾਂ ਨੇ ਚਿੱਠੀ ਖਾਲਸੇ ਵੱਲ ਲਿਖੀ ਸਿੰਘਾਂ ਨੂੰ। ਹਮ ਗੁਰ ਹੋ ਤੁਮ ਸਿੰਘ ਹੋ ਸਹੀ। ਬਾਬੇ ਵਡਭਾਗ ਸਿੰਘ ਨੇ ਕਿਹਾ ਕਿ ਦੇਖੋ ਖਾਲਸਾ ਜੀ, ਅਸੀਂ ਵੀ ਗੁਰੂ ਦੇ ਪੁੱਤਰ ਹਾਂ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ, ਗੁਰੂ ਰਾਮਦਾਸ ਜੀ ਦਾ ਪਰਿਵਾਰ ਆ ਸੋਢੀ। ਤੁਸੀਂ ਵੀ ਗੁਰੂ ਖਾਲਸਾ ਰੂਪ ਹੋ, ਗੁਰੂ ਕੇ ਸਿੱਖ ਹੋ। ਆਵੋ ਪਸ਼ਵਾਰਥ ਗੁਰ ਕਾਜ। ਗੁਰੂ ਘਰ ਦਾ ਕਾਰਜ ਬਹੁਤ ਵੱਡਾ ਹੈ। ਗੁਰਦੁਆਰਾ ਥੰਮ ਸਾਹਿਬ ਨੂੰ ਸਾੜ ਦਿੱਤਾ ਗਿਆ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਸਾਰਾ ਨਗਰ ਹੀ ਉਜਾੜ ਦਿੱਤਾ ਹੈ। ਸਿੰਘੋ ਦਾ ਬਦਲਾ ਲੈਣ ਲਈ ਇਕੱਠੇ ਹੋ ਜਾਓ। ਆਵੋ ਸਭ ਖਾਲਸੋਂ ਕਰ ਸਾਜ। ਸਾਰਾ ਖਾਲਸਾ ਯੁੱਧ ਦਾ ਸਮਾਨ ਲੈ ਕੇ, ਜੰਗੀ ਸਮਾਨ ਲੈ ਕੇ ਮੈਦਾਨ ਵਿੱਚ ਨਿੱਤਰ ਪਵੇ। ਨਵਾਬ ਡੇਰਾ ਤਬ ਕੀਓ ਤਿਆਰ। ਉਧਰੋਂ ਦੀਨਾ ਬੇਗ ਨੇ ਵੀ ਆਪਣੀ ਫੌਜ ਨੂੰ ਕਾਇਮ ਕਰਨਾ ਸ਼ੁਰੂ ਕਰ ਦਿੱਤਾ। ਬੁਲਾਏ ਪਹਾੜੀਏ ਲੜਨੇ ਵਾਰ। ਦੀਨਾ ਬੇਗ ਦੀ ਜਿਨ੍ਹਾਂ ਪਹਾੜੀਆਂ ਨਾਲ ਮਿੱਤਰਾਚਾਰੀ ਸੀ, ਉਹਨਾਂ ਪਹਾੜੀ ਰਾਜਿਆਂ ਨੂੰ ਵੀ, ਕਿਉਂਕਿ ਜਲੰਧਰ ਦੇ ਅੰਦਰ 22 ਧਾਰਾਂ ਵਿੱਚੋਂ 7 ਧਾਰਾਂ ਪਹਾੜ ਦੀਆਂ ਜਲੰਧਰ ਦੇ ਅੰਦਰ ਹੁੰਦੀਆਂ ਸਨ। 22 ਧਾਰ ਪਹਾੜ ਦੇ ਰਾਜੇ 22 ਹਨ, ਪਰ ਉਹਨਾਂ ਵਿੱਚੋਂ 7 ਰਾਜੇ ਜਲੰਧਰ ਦੇ ਮੁਤਹਿਤ ਹਨ। ਉਹਨਾਂ ਰਾਜਿਆਂ ਵਿੱਚੋਂ ਕੁਝ ਰਾਜੇ ਦੀਨਾ ਬੇਗ ਨਾਲ ਮਿੱਤਰਾਚਾਰੀ ਪਹਿਲਾਂ ਤੋਂ ਰੱਖਦੇ ਸਨ, ਸਲੂਕ ਸੀਗਾ। ਹੋਰ ਵੀ ਜਿਹੜੇ ਕੋਈ ਲੜਾਈ 'ਚ ਕੰਮ ਆਉਣ ਵਾਲੇ ਦੋਸਤ ਮਿੱਤਰ ਸਨ, ਉਹ ਦੀਨਾ ਬੇਗ ਨੇ ਸੱਦ ਲਏ। ਸਿੰਘਣ ਕੋਇਓ ਲਿਖ ਪਠਾਇਓ। ਤੇ ਖਾਲਸੇ ਪੰਥ ਵੱਲ ਵੀ ਦੀਨਾ ਬੇਗ ਨੇ ਬਾਬਾ ਵਡਭਾਗ ਸਿੰਘ ਦੇ ਰਾਹੀਂ ਇਹ ਲਿਖ ਕੇ ਭੇਜਿਆ। ਜਾਨੋ ਮੋਹਿ ਜਲੰਧਰ ਆਇਓ। ਕਹਿਣ ਲੱਗਾ ਖਾਲਸਾ ਜੀ, ਮੈਂ ਜਲੰਧਰ ਜਾਣਾ ਹੈ, ਜਲੰਧਰ ਮੈਂ ਫਤਿਹ ਕਰਨੀ ਹੈ। ਮੈਨੂੰ ਜਲੰਧਰ ਦੀ ਮੁਹਿੰਮ ਪੇਸ਼ ਆ ਗਈ ਹੈ ਤੇ ਤੁਸੀਂ ਮੇਰੀ ਮਦਦ ਕਰੋ। ਆਗੇ ਡੇਰਾ ਤੁਮ ਤੇ ਲਿਆਉ। ਮੈਂ ਤੁਹਾਡੇ ਤੋਂ ਪਹਿਲਾਂ ਫੌਜ ਅੱਗੇ ਕਰਕੇ ਆਵਾਂਗਾ, ਅੱਗੇ ਹੋ ਕੇ ਮੈਂ ਲੜਾਂਗਾ, ਪਰ ਤੁਸੀਂ ਵੀ ਮੇਰੇ ਨਾਲ ਪੂਰਾ ਸਹਿਯੋਗ ਦਿਓਗੇ, ਕਿਉਂਕਿ ਮੈਂ ਤੁਹਾਡੇ ਭਰੋਸੇ ਤੇ ਲੜਾਈ ਸ਼ੁਰੂ ਕੀਤੀ ਹੈ। ਨਿਹਲ ਆਨ ਮੈਂ ਡੇਰਾ ਪਾਉ। ਜਿਹੜੀ ਪਹਾੜ ਦੀ ਤਰਾਈ ਹੈ, ਹੁਸ਼ਿਆਰਪੁਰ ਤੋਂ ਉੱਪਰਲਾ ਇਲਾਕਾ ਪਹਾੜ ਦਾ, ਉੱਥੇ ਮੈਂ ਪਹਾੜ ਦੀ ਤਰਾਈ ਵਿੱਚ ਡੇਰਾ ਕਰ ਰਿਹਾ ਹਾਂ, ਤੁਸੀਂ ਵੀ ਆ ਜਾਓ। ਆਗੇ ਗਿਲਜਨ ਸੁਣੀਆਂ ਵਾਈ। ਉਧਰੋਂ ਸਾਧ ਸੰਗਤ ਜੀ, ਜਲੰਧਰ 'ਚ ਪਠਾਨ ਗਿਲਜਿਆਂ ਦਾ ਰਾਜ ਸੀ, ਅਬਦਾਲੀ ਦੇ ਫੌਜ ਦਾ ਨਾਸਰ ਅਲੀ। ਉਹਨਾਂ ਨੂੰ ਪਤਾ ਲੱਗ ਗਿਆ ਵੀ ਦੀਨਾ ਬੇਗ ਤੇ ਵਡਭਾਗ ਸਿੰਘ ਇਕੱਠੇ ਹੋ ਗਏ ਨੇ ਤੇ ਹੁਣ ਸਿੱਖਾਂ ਦਾ ਸਾਰਾ ਦਲ ਉਹਨਾਂ ਦੀ ਮਦਦ ਲਈ ਆ ਰਿਹਾ ਹੈ। ਉਤਰੇ ਮੋਹਰੇ ਸੋਈ ਆਈ। ਗਿਲਜਿਆਂ ਨੇ ਵੀ ਜਲੰਧਰ ਦੇ ਵਿੱਚ, ਗਿਲਜਾ ਕਹਿੰਦੇ ਪਠਾਣਾ ਨੂੰ, ਪਠਾਣਾ ਨੇ ਵੀ ਤਿਆਰੀ ਕਰ ਲਈ ਸਿੱਖਾਂ ਦਾ ਮੁਕਾਬਲਾ ਕਰਨ ਵਾਸਤੇ। ਪਾਛੰਡ ਜਾਏ ਉਨ ਡੇਰਾ ਕਰਾ। ਉਹਨਾਂ ਨੇ ਅੱਗੇ ਜਾ ਕੇ ਪਾਛੜ ਨਾਮ ਦੀ ਇੱਕ ਜਗ੍ਹਾ ਤੇ ਛਾਉਣੀ ਪਾ ਲਈ। ਨਵਾਬ ਹੁਆ ਉਨ ਤੇ ਬਹੁ ਡਰਾ। ਜਦੋਂ ਪਠਾਨ ਅੱਗੇ ਵਧੇ ਨਾ, ਜਲੰਧਰੋਂ ਬਾਹਰ ਨਿਕਲ ਆਏ ਲੜਨ ਲਈ ਤਿਆਰੀ ਕਰਕੇ, ਤੇ ਦੀਨਾ ਬੇਗ ਡਰ ਗਿਆ। ਦੀਨਾ ਬੇਗ ਜਿਹੜਾ ਸੀ, ਉਹ ਬੰਦਾ ਕੋਈ ਦਲੇਰ ਬਹਾਦਰ ਨਹੀਂ ਸੀ। ਇਹ ਆ ਵੀ ਚਾਲਾਂ ਬੜੀਆਂ ਖੇਡ ਲੈਂਦਾ ਸੀ ਰਾਜਨੀਤੀ ਦੀਆਂ, ਤੇ ਹਰ ਵਾਰੀ ਪਾਸਾ ਮਾਰ ਜਾਂਦਾ ਸੀਗਾ। ਮੀਰ ਮੰਨੂ ਤੇ ਦੀਨਾ ਬੇਗ ਦੋਵੇਂ ਕਪਟੀ ਬੰਦੇ ਹੋਏ, ਔਰ ਇੱਕੋ ਟਾਈਮ ਤੇ ਹੋਏ ਆ। ਦੀਨਾ ਬੇਗ ਨੇ ਜਦੋਂ ਵੇਖਿਆ ਪਠਾਨ ਬਾਹਰ ਨਿਕਲ ਆਏ ਲੜਨ ਵਾਸਤੇ, ਜਲੰਧਰ ਤੋਂ ਅੱਗੇ ਪਾਛੜ ਆ ਗਏ ਨੇ, ਤਾਂ ਫਿਰ ਦੀਨਾ ਬੇਗ ਡਰ ਗਿਆ। ਹਾਂਜੀ।
ਆਗੇ ਦੁਰਕਨ ਉਸੇ ਭੁੱਲ ਗਇਓ। ਅੱਗੇ ਤੁਰਨਾ ਉਹਨੂੰ ਭੁੱਲ ਗਿਆ ਵੀ ਮੈਂ ਅੱਗੇ ਜਾਵਾਂ ਕਿ ਨਾ ਜਾਵਾਂ। ਮੈਂ ਜੇ ਇਕੱਲਾ ਪਹਿਲਾਂ ਤਾਂ ਕਹਿੰਦਾ ਸੀ ਨਾ ਮੈਂ ਪਹਿਲਾਂ ਅੱਗੇ ਜਾ ਕੇ ਜਲੰਧਰ ਤੇ ਹਮਲਾ ਕਰਾਂਗਾ, ਪਰ ਜਦੋਂ ਪਠਾਨ ਨਿਕਲੇ ਬਾਹਰ ਦੀਨਾ ਵੇਗ ਦਾ ਹੌਸਲਾ ਨਾ ਪਵੇ ਅੱਗੇ ਜਾਣ ਦਾ। ਰਹਿਣੂਆ ਉਸ ਡੁੱਬਰ ਪਇਓ। ਉਹਨੇ ਪਹਾੜ ਦੀ ਤਰਾਈ 'ਚ ਜਿਹੜਾ ਪੜਾਂ ਕੀਤਾ ਸੀ ਉੱਥੋਂ ਵੀ ਉਹ ਸੋਚੇ ਵੀ ਮੈਂ ਪਿੱਛੇ ਹੋ ਜਾਵਾਂ, ਡਰ ਗਿਆ। ਉੱਥੇ ਰਹਿਣਾ ਵੀ ਔਖਾ ਹੋ ਗਿਆ ਉਸਨੂੰ। ਦੋਹਰਾ ਸੁਣਤ ਖਾਲਸੋ ਚੜ ਤੁਰਾ ਜਲੰਧਰ ਕੇ ਰਾਹੂ। ਇਧਰੋਂ ਖਾਲਸੇ ਦੀ ਫੌਜ ਬਾਬਾ ਜੱਸਾ ਸਿੰਘ ਜੀ ਤੇ ਬਾਬਾ ਕਰਮ ਸਿੰਘ ਜੀ ਸ਼ਹੀਦ ਪੈਜਗੜੀਆ ਹੋਰ ਸਿੰਘਾਂ ਦੇ ਜਥੇਦਾਰਾਂ ਨੂੰ ਨਾਲ ਲੈ ਕੇ ਤੁਰ ਪਏ। ਭਾਰਤ ਕੁਟਤ ਮੁਲਕ ਉਸ ਡੁਗਿਓ ਫੌਜ ਕੇ ਪਾਹੇ। ਸਿੰਘ ਬੜੀ ਦਲੇਰੀ ਨਾਲ ਦੁਆਬੇ ਦਾ ਇਲਾਕਾ ਲੁੱਟਦੇ ਹੋਏ ਫਤਿਹ ਕਰਦੇ ਹੋਏ ਜਿਹੜੀ ਨਾਸਰ ਅਲੀ ਦੀ ਫੌਜ ਸੀ ਉਹਦੇ ਨੇੜੇ ਜਾ ਪਹੁੰਚੇ। ਜੋ ਪਈ ਜੋ ਸੁਰ ਹੋਤੇ ਅਤ ਪਾਰੋਂ। ਜਦੋਂ ਪਠਾਨਾਂ ਦੀ ਫੌਜ 10-15 ਮੀਲ ਦੂਰ ਰਹਿ ਗਈ, ਪਤਾ ਲੱਗਾ ਵੀ ਲੜਾਈ ਦੀ ਤਿਆਰੀ ਹੈ, ਕਿਸੇ ਵੀ ਘੜੀ ਲੜਾਈ ਹੋ ਸਕਦੀ ਹੈ। ਉਸ ਵੇਲੇ ਜਿਹੜੇ ਸਿੰਘਾਂ ਦੇ ਵਿੱਚ ਬਹੁਤੇ ਤੱਤੇ ਸਿੰਘ ਸਨ, ਗਰਮ ਖਿਆਲੀ, ਮਿੰਟੋ ਮਿੰਟੀ ਲੜਾਈ ਪਾਉਣ ਵਾਲੇ, ਕਹਿ ਨਵਾਬ ਬਿਨਾ ਇਸ ਮਾਰੋ। ਉਹ ਕਹਿਣ ਲੱਗੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਨੂੰ ਕਿ ਜਥੇਦਾਰ ਜੀ ਆਪਾਂ ਨੀਨਾ ਬੇਗ ਨੂੰ ਨਾ ਉਡੀਕੀਏ ਤੇ ਆਪਾਂ ਜਲੰਧਰ ਅੱਜ ਹੀ ਫਤਿਹ ਕਰ ਲਈਏ। ਆਪਾਂ ਨਾਸਰ ਅਲੀ ਨੂੰ ਮਾਰ ਕੇ ਤੇ ਕਬਜ਼ਾ ਕਰ ਲਈਏ ਜਲੰਧਰ ਉੱਤੇ। ਓ ਸਿੰਘ ਸਿਆਣੇ ਕਹਿ ਨਵਾਬ ਬੁਲਾਵੇ। ਸਿਆਣੇ ਸਿੰਘ ਕਹਿਣ ਲੱਗੇ ਨਹੀਂ ਖਾਲਸਾ ਜੀ, ਇਹਦੇ ਵਿੱਚ ਆਪਾਂ ਨੂੰ ਘਾਟਾ ਹੈ। ਲੜਾਈ ਇਕੱਲੇ ਜੋਸ਼ ਨਾਲ ਨਹੀਂ ਹੁੰਦੀ, ਹੋਸ਼ ਵੀ ਚਾਹੀਦੀ। ਜੇ ਆਪਾਂ ਜਲੰਧਰ ਮਾਰ ਲਿਆ, ਲੜਾਈ ਆਪਾਂ ਕਰ ਲਈ, ਨੁਕਸਾਨ ਵੀ ਆਪਣਾ ਹੋਇਆ, ਬੰਦੇ ਵੀ ਆਪਣੇ ਪਹਿਲਾਂ ਮਰਨਗੇ। ਪਿੱਛੋਂ ਦੀਨਾ ਬੇਗ ਆ ਕੇ ਕਹੇਗਾ ਵੀ ਤੁਸੀਂ ਤੇ ਮੈਨੂੰ ਬੁਲਾਇਆ ਨਹੀਂ, ਤੁਹਾਡੀ ਤੇ ਮੇਰੀ ਸ਼ਰਤ ਹੋਈ ਸੀ ਸੂਬੇਦਾਰੀ ਤੇ ਮੈਂ ਕਰਨੀ ਹੈ। ਫਿਰ ਉਹ ਸੂਬੇਦਾਰੀ ਉਹ ਮੰਗੇਗਾ, ਫਿਰ ਆਪਾਂ ਉਹਨੂੰ ਸੂਬੇਦਾਰੀ ਦੇਾਂਗੇ ਤਾਂ ਵੀ ਮਾੜੇ, ਕਿਉਂਕਿ ਸ਼ਹੀਦ ਬੰਦੇ ਸਾਡੇ ਹੋਣ, ਸੂਬੇਦਾਰੀ ਉਹ ਕਰੇ। ਤੇ ਜੇ ਆਪਾਂ ਨਹੀਂ ਦਿੰਦੇ ਸੂਬੇਦਾਰੀ ਉਹਨੂੰ, ਫਿਰ ਵੀ ਝੂਠੇ ਪਾਵਾਂਗੇ ਗੁਰੂ ਤੋਂ। ਇਦਾਂ ਇਹ ਨਹੀਂ ਵੀ ਆਪਾਂ ਆਪਣਾ ਹੀ ਮਰਨ ਦਾ ਠੇਕਾ ਲਿਆ ਹੋਇਆ, ਆਪਾਂ ਉਹਦੀ ਫੌਜ ਨੂੰ ਵੀ ਅੱਗੇ ਕਰੀਏ। ਰਾਜ ਤਾਂ ਉਹਨਾਂ ਨੇ ਕਰਨਾ, ਜਿੰਨਾ ਕੋ ਲੜਨਗੇ ਫਿਰ ਆਪਾਂ ਵੀ ਦੇਖਾਂਗੇ। ਸਿਆਣੇ ਸਿੰਘ ਬੜੇ ਦਾਅ ਨਾਲ ਚੱਲਦੇ ਸਨ ਤੇ ਜਿਹੜੇ ਗਰਮ ਹੁੰਦੇ ਸੀ ਉਹ ਫਟਾਫਟ। ਸਭ ਤਰ੍ਹਾਂ ਦੀ ਫੌਜ ਹੁੰਦੀ, ਜੋਸ਼ ਵਾਲੀ ਵੀ ਹੁੰਦੀ ਹੈ ਤੇ ਹੋਸ਼ ਵਾਲੀ ਵੀ। ਹਾਂਜੀ, ਪਹਿਲੇ ਉਸ ਤੇ ਯੁੱਧ ਮਚਾਵੇਂ। ਜਿਹੜੇ ਸਿੰਘ ਗਰਮ ਸਨ ਉਹ ਕਹਿੰਦੇ ਆਪਾਂ ਪਹਿਲਾਂ ਹੀ ਯੁੱਧ ਮਚਾ ਦਈਏ। ਹਾਂਜੀ, ਉਸੇ ਗੁਮਰਾਹੀ ਲਈਏ ਕਢਾਏ। ਬਾਬਾ ਜੱਸਾ ਸਿੰਘ ਕਹਿਣ ਲੱਗੇ ਨਹੀਂ, ਆਪਾਂ ਉਹਦੀ ਗੁਮਰਾਹੀ ਕਢਾ ਲਈਏ, ਭਾਵ ਉਹਨੂੰ ਅੱਗੇ ਕਰੀਏ। ਪਾਛੇ ਮਾਰੇ ਗਿਲਜਨ ਤਾਏ। ਉਹ ਅੱਗੇ ਹੋ ਕੇ ਲੜੇ, ਉਹਨੇ ਸੂਬੇਦਾਰੀ ਕਰਨੀ ਹੈ, ਉਹਨੇ ਰਾਜ ਲੈਣਾ ਜਲੰਧਰ ਦਾ, ਪੂਰਾ ਦੁਆਬੇ ਦਾ ਪੂਰਾ ਏਰੀਆ ਜਿਹੜਾ ਸਾਧ ਸੰਗਤ ਜਿਹਨੂੰ ਆਪਾਂ ਅੱਜ ਦੁਆਬਾ ਕਹਿੰਦੇ ਆ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਫਗਵਾੜਾ, ਫਿਲੌਰ, ਇੱਧਰੋਂ ਉੱਪਰ ਤੱਕ ਹੁਸ਼ਿਆਰਪੁਰ ਤੱਕ ਜਿੰਨਾ ਹਰਿਆਣਾ, ਉਹ ਸਾਰਾ ਇਲਾਕਾ ਜਿਹੜਾ ਹੈ ਉਹ ਜਲੰਧਰ ਦੇ ਮੁਤਹਿਤ ਸੀਗਾ। ਔਰ 7 ਧਾਰਾਂ ਪਹਾੜ ਦੀਆਂ ਉੱਪਰ, ਪਹਾੜੀ ਰਾਜੇ ਵੀ ਉਹਦੇ ਮੁਤਹਿਤ ਸਨ। ਕਾਫੀ ਵੱਡਾ ਰਾਜ ਸੀ ਜਲੰਧਰ ਦਾ, ਐਡਾ ਵੱਡਾ ਉਹਨੇ ਸੂਬਾ ਸਾਂਭਣਾ ਹੈ ਤੇ ਉਹ ਵਿਹਲਾ ਰਵੇ ਤੇ ਆਪਾਂ ਲੜੀਏ, ਇਹਦਾ ਕੀ ਮਤਲਬ ਹੈ। ਸਿੰਘ ਸਿਆਣੇ ਕਹਿੰਦੇ ਉਹਨੂੰ ਕੱਢਾਂਗੇ ਮੈਦਾਨ ਦੇ ਵਿੱਚ, ਅੱਗੇ ਕਰਾਂਗੇ, ਫਿਰ ਆਪਾਂ ਵੇਖਾਂਗੇ, ਜੇ ਉਹਦੇ ਕੋਲੋਂ ਕੰਮ ਨਾ ਸਰਿਆ ਫਿਰ ਆਪਾਂ ਕਰਾਂਗੇ ਮੋਰਚਾ ਫਤਿਹ। ਸੁਣ ਨਵਾਬ ਖਾਲਸੇ ਆਇਓ। ਜਦੋਂ ਖਾਲਸੇ ਦਾ ਰਣ ਤੱਤੇ 'ਚ ਡੇਰਾ ਪੈ ਗਿਆ, ਛਾਉਣੀ ਪੈ ਗਈ ਪਠਾਣਾ ਦੇ ਸਾਹਮਣੇ, 5-7 ਮੀਲ ਦਾ ਤੇ ਫੌਜ ਦਾ ਫਰਕ ਰੱਖਣਾ ਹੀ ਪੈਂਦਾ। ਜਿਵੇਂ ਮੰਨ ਲਓ ਇੱਕ ਪਿੰਡ ਵਿੱਚ ਜਾਂ ਕਿਸੇ ਜਗ੍ਹਾ ਤੇ ਪਠਾਨ ਬੈਠੇ ਸਨ ਨਾਸਰ ਅਲੀ ਦੇ ਨਾਲ, ਉਦੋਂ 10 ਮੀਲ ਦੇ ਸਿੰਘ ਬੈਠੇ ਸਨ ਤੇ ਸਲਾਹ ਕਰ ਰਹੇ ਸਨ ਵੀ ਹੱਲਾ ਕਿਵੇਂ ਕਰੀਏ। ਜਦੋਂ ਦੀਨਾ ਬੇਗ ਨੂੰ ਪਤਾ ਲੱਗਾ ਵੀ ਖਾਲਸਾ ਤਾਂ ਪਠਾਨਾਂ ਦੀ ਫੌਜ ਦੇ ਨੇੜੇ ਪਹੁੰਚ ਗਿਆ ਹੈ, ਪਾਛੇ ਮਾਰੇ
ਜਾਣਿਓ ਹੋਮ ਹੋਗ ਮੋਮਨ ਕੋ ਪਾਇਓ। ਦੀਨਾ ਬੇਗ ਸੋਚਣ ਲੱਗਾ ਵੀ ਚਲੋ ਠੀਕ ਹੋ ਗਿਆ, ਹੁਣ ਸਿੱਖ ਆ ਗਏ ਨਾ ਤੇ ਸਿੱਖ ਆਪੇ ਸਾਂਭ ਲੈਣਗੇ ਕੰਮ। ਹੁਣ ਮੈਨੂੰ ਖਤਰਾ ਨਹੀਂ, ਮੇਰੇ ਮਨ ਭੰਦੀ ਹੋ ਗਈ ਹੈ। ਉਹਦਾ ਨਬਾ ਪਹਾੜੋਂ ਤੋਂ ਲਹਿਓ ਜਬ ਸਿੰਘਾਂ ਨੂੰ ਲੈ ਜੋਏ। ਜਦੋਂ ਉਹਨੇ ਵੇਖਿਆ ਸਿੰਘ ਆ ਗਏ ਨੇ ਤਾਂ ਦੀਨਾ ਬੇਗ ਪਹਾੜੋਂ ਉਤਰਿਆ। ਹੌਸਲਾ ਤਾਂ ਕੀਤਾ ਉਹਨੇ ਮੈਦਾਨ ਚ ਆਉਣ ਦਾ, ਨਹੀਂ ਡਰਿਆ ਬੈਠਾ ਸੀ ਪਠਾਣਾਂ ਤੋਂ। ਫੇਰ ਸੋ ਸਿੰਘਣ ਤੇ ਡਰਿਓ ਮਤ ਜੀਤੈ ਮੈਂ ਸੋਏ। ਪਰ ਪਾਪੀ ਬੰਦਾ ਜਿਹੜਾ ਹੁੰਦਾ ਨਾ ਉਹਦਾ ਮਨ ਨਹੀਂ ਸਾਫ਼ ਹੁੰਦਾ। ਦੀਨਾ ਬੇਗ ਪਹਿਲਾਂ ਤਾਂ ਪਠਾਣਾਂ ਤੋਂ ਡਰਦਾ ਸੀ, ਹੁਣ ਸਿੱਖਾਂ ਤੋਂ ਵੀ ਡਰਨ ਲੱਗ ਪਿਆ। ਹਾਲਾਂਕਿ ਸਿੱਖ ਉਹਦੀ ਮਦਦ ਕਰਨ ਆਏ ਨੇ, ਸਿੱਖਾਂ ਤੋਂ ਇਉਂ ਡਰ ਗਿਆ ਵੀ ਕੋਈ ਪਤਾ ਨਹੀਂ ਸਿੱਖ ਕਿਤੇ ਮੈਨੂੰ ਹੀ ਨਾ ਮਾਰ ਲੈਣ। ਕਿਉਂਕਿ ਬੰਦਾ ਕਪਟੀ ਸੀ, ਜਿਹੜਾ ਬੰਦਾ ਆਪ ਦੂਜਿਆਂ ਨਾਲ ਧੋਖੇ ਕਰਦਾ ਰਿਹਾ ਹੋਵੇ। ਸਰਦਾਰ ਚੜ੍ਹਤ ਸਿੰਘ ਜੀ ਸੂਕਰ ਚੱਕੀਆ ਮਹਾਰਾਜੇ ਰਣਜੀਤ ਸਿੰਘ ਦਾ ਦਾਦਾ, ਉਹਦਾ ਸਹੁਰਾ ਹਮੀਰ ਸਿੰਘ ਯਾਨੀ ਮਹਾਰਾਜੇ ਰਣਜੀਤ ਸਿੰਘ ਦੀ ਦਾਦੀ ਦਾ ਪਿਓ, ਉਹ ਸਾਰਾ ਜਥਾ ਲੈ ਕੇ ਸ੍ਰੀ ਅੰਮ੍ਰਿਤਸਰ ਹੋਲੇ ਮਹੱਲੇ ਤੋਂ ਵਾਪਸ ਆ ਰਿਹਾ ਸੀਗਾ। ਤੇ ਸੰਗਤ ਸੀਗੀ ਪਿੰਡਾਂ ਦੀ, ਸ਼ਹਿਰਾਂ ਦੀ, ਇਲਾਕਿਆਂ ਦੀ ਵੀ ਚਲੋ ਗੁਰੂ ਕੇ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਜਾਂਦੇ ਸੀ, ਪੈਦਲ ਜਾਂਦੇ ਸੀਗੇ। ਤੇ ਦੀਨਾ ਬੇਗ ਨੇ ਧੋਖੇ ਨਾਲ ਉਹ ਸਾਰੀ ਸੰਗਤ ਮਰਵਾ ਦਿੱਤੀ ਸੀ, ਕਤਲ ਕਰਾ ਦਿੱਤਾ। ਬਹੁਤ ਸਿੰਘ ਉਦੋਂ ਇਹਨੇ ਮਾਰੇ ਸਨ। ਸਿਰਫ ਕੀਰਤਨ ਕਰਨ ਵਾਲੇ, ਭਜਨ ਕਰਨ ਵਾਲੇ, ਬਾਣੀ ਪੜ੍ਹਨ ਵਾਲੇ ਨੇ ਹੱਥੇ ਸਿੱਖ ਮਾਰ ਦਿੱਤੇ ਸਨ। ਤੇ ਹੁਣ ਉਹੀ ਚੀਜ਼ਾਂ ਸੋਚਦਾ ਮਨ ਵਿੱਚ ਵੀ ਮੈਂ ਕਈ ਵਾਰੀ ਸਿੱਖ ਮਾਰੇ ਨੇ, ਕਿਤੇ ਸਿੱਖ ਪਹਿਲਾਂ ਮੈਨੂੰ ਹੀ ਨਾ ਲੈ ਲੈਣ, ਮੇਰਾ ਹੀ ਨਾ ਭੋਗ ਪਾ ਦੇਣ ਕਿਤੇ। ਸੋ ਪਈ ਬੜ ਭਾਗ ਸਿੰਘ ਸੋਣ ਸਭ ਕਹੀਂ। ਫਿਰ ਉਹ ਆਪਣੇ ਮਨ ਦਾ ਜਿਹੜਾ ਖਦਸ਼ਾ ਸੀ ਨਾ ਉਹਨੂੰ ਦੂਰ ਕਰਨ ਲਈ ਬਾਬੇ ਵਡਭਾਗ ਸਿੰਘ ਨੂੰ ਕਹਿਣ ਲੱਗਾ, ਗੁਰ ਕਹੇ ਹੋ ਤੂੰ ਡਰ ਕਿਛ ਨਹੀਂ। ਬਾਬਾ ਜੀ ਕਿਤੇ ਸਿੱਖ ਮੈਨੂੰ ਤਾਂ ਨਹੀਂ ਸੋਧਾ ਲਾ ਦੇਣਗੇ। ਬਾਬਾ ਵਡਭਾਗ ਸਿੰਘ ਕਹਿੰਦਾ, ਉਹ ਦੀਨਾ ਬੇਗ ਸਿੱਖ ਤੇਰੇ ਵਰਗੇ ਕਮੀਨੇ ਨਹੀਂ ਹਨ। ਜਿਹੋ ਜਿਹੀਆਂ ਤੂੰ ਕੂਟੀਆਂ ਚਾਲਾਂ ਚੱਲੀਆਂ ਨੇ ਉਦਾਂ ਦੀਆਂ ਸਿੱਖ ਕੂਟ ਚਾਲਾਂ ਨਹੀਂ ਚੱਲਦੇ। ਜਿਹਦੀ ਬਾਂਹ ਫੜ ਲੈਂਦੇ ਆ ਉਹਦੀ ਬਾਂਹ ਫੜ ਕੇ ਰੱਖਦੇ ਨੇ, ਤੂੰ ਡਰ ਨਾ। ਵਡਭਾਗ ਸਿੰਘ ਤਿਸ ਤੀਰ ਤਰਾਈ। ਸੋਢੀ ਵਡਭਾਗ ਸਿੰਘ ਨੇ ਦੀਨਾ ਬੇਗ ਦਾ ਹੌਸਲਾ ਬੰਨਿਆ, ਕਾਇਮ ਕੀਤਾ, ਉਹਨੂੰ ਹੌਸਲਾ ਦਿੱਤਾ ਵੀ ਤੂੰ ਸਿੱਖਾਂ ਵੱਲੋਂ ਬੇਫਿਕਰ ਹੋ ਜਾ। ਸਿੱਖ ਜੋ ਕਹਿਣਗੇ ਉਹ ਕਰਨਗੇ, ਉਸ ਤੋਂ ਵੱਧ ਘੱਟ ਨਹੀਂ ਕਰਨਗੇ। ਪਰ ਤੂੰ ਕਿਤੇ ਸਿੱਖਾਂ ਨਾਲ ਧੋਖਾ ਨਾ ਕਰੀਂ, ਇਹ ਗੱਲ ਯਾਦ ਰੱਖੀ। ਤਬ ਆਇਓ ਵਹਿ ਖਾਲਸੇ ਪਾਈ। ਸੋ ਡਰਦਾ ਡਰਦਾ ਦੀਨਾ ਬੇਗ ਖਾਲਸੇ ਦੇ ਦੀਵਾਨ ਚ ਆਇਆ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਸੁਲਤਾਨੁਲ ਕੌਮ ਜਥੇਦਾਰ ਸਾਹਿਬ ਨੂੰ ਮਿਲਿਆ। ਦੋਹਰਾ ਸਿਆਮ ਸਿੰਘ ਜੱਸਾ ਸਿੰਘ ਮੁਗਲ ਲਿਓ ਮਿਲਾਏ। ਸਾਧ ਸੰਗਤ ਜੀ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਏ, ਉਹਨਾਂ ਦੇ ਗੁਰੂ ਭਾਈ ਸਨ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ। ਉਹਨਾਂ ਮਹਾਂਪੁਰਸ਼ਾਂ ਦਾ ਬੜਾ ਪ੍ਰਤਾਪ, 12,000 ਫੌਜ ਸ਼ਾਮ ਸਿੰਘ ਨਾਲ ਚੜ੍ਹਦੀ ਰਹੀ ਹੈ। ਇਹ ਰਤਨ ਸਿੰਘ ਭੰਗੂ ਦਾ ਨਾਨਾ ਸੀ ਔਰ ਮਤਾਬ ਸਿੰਘ ਦਾ ਕੁੜਮ ਸੀ। ਸ਼ਾਮ ਸਿੰਘ ਨਾਰਲੇ ਵਾਲਾ ਬੜਾ ਬਹਾਦਰ ਯੋਧਾ ਹੈ। ਔਰ ਕਹਿੰਦੇ ਨੇ ਦੋ ਅਸਪੇ ਪਠਾਨ, ਦੋ ਅਸਪਾ ਪਠਾਨ ਹੁੰਦਾ ਜਿਹੜਾ ਇੱਕ ਟਾਈਮ ਤੇ 2 ਘੋੜੇ ਰੱਖਦਾ। ਇੱਕ ਟਾਈਮ ਤੇ 2 ਘੋੜੇ 15-20 ਮਿੰਟ, ਅੱਧਾ ਘੰਟਾ ਉਹ ਪਠਾਨ ਘੋੜੇ ਤੇ ਬਵੇ ਨਾ ਤੇ ਘੋੜਾ ਥੱਕ ਜਾਂਦਾ। ਕਿੱਡੇ ਕਿੱਡੇ ਪਠਾਨ ਹੋਣਗੇ ਉਹ, ਦੁੰਬੇ ਖਾ ਜਾਣ ਵਾਲੇ, 7-7 ਫੁੱਟੇ ਦਿਓ। ਤੇ ਬਾਬਾ ਸ਼ਾਮ ਸਿੰਘ ਜੀ ਉਹੋ ਜਿਹੇ ਪਠਾਨ ਨੂੰ ਗਿੱਚੀ ਤੋਂ ਫੜ ਕੇ ਨਾ ਤੇ ਕਿਸੇ ਪੱਥਰ ਦੇ ਨਾਲ ਜਾਂ ਕਿਸੇ ਦੀਵਾਰ ਦੇ ਨਾਲ ਜਾਂ ਕਿਸੇ ਦਰਖਤ ਦੇ ਨਾਲ ਮਾਰਦਾ ਸੀ ਤੇ ਸਿਰ ਫੇਰ ਦਿੰਦਾ ਸੀ। ਐਡਾ ਬਲੀ ਸੀ ਬਾਬਾ ਸ਼ਾਮ ਸਿੰਘ। 2 ਅਸਪੇ ਪਠਾਨ ਯਾਨੀ ਜਿਹੜੇ ਪਠਾਨ 2 ਘੋੜਿਆਂ ਦੀ ਸਵਾਰੀ ਕਰਦਾ ਹੋਵੇ, ਯਾਨੀ 2 ਘੋੜੇ ਰੱਖਦਾ ਹੋਵੇ ਆਪਣੀ ਸਵਾਰੀ ਲਈ, ਉਹਦਾ ਘੋੜੇ ਭਾਰ ਨਾ ਚੱਲ ਸਕਦੇ ਹੋਣ, ਉਹੋ ਜਿਹੇ ਪਠਾਨ ਨੂੰ ਗਿੱਚੀਓਂ ਫੜਨਾ ਤੇ ਜਾ ਕੇ ਦਰਖਤ ਦੇ ਨਾਲ ਮਾਰਨਾ ਤੇ ਸਿਰ ਦੀ ਮਿੱਝ ਕੱਢ ਦੇਣੀ, ਖਤਮ ਕਰ ਦੇਣਾ ਬਿਨਾਂ ਸ਼ਸਤਰ ਦੇ ਮਾਰ। ਐਡਾ ਉਹ ਜਵਾਨ ਸੀਗਾ। ਬਾਬਾ ਜੱਸਾ ਸਿੰਘ ਜੀ ਵੀ ਓਡਾ ਹੀ ਜਵਾਨ ਸਨ, ਬੜੇ ਬਲੀ ਸਨ। ਉਹਨਾਂ ਸੂਰਬੀਰਾਂ ਦੇ ਜਦੋਂ ਦੀਨਾ ਬੇਗ ਨੇ ਦਰਸ਼ਨ ਕੀਤੇ ਨਾ ਸਿੰਘਾਂ ਦੇ, ਤੇ ਜਿਵੇਂ ਬਾਬਾ ਜੀ ਪੜ੍ਹਦੇ ਹੁੰਦੇ ਆ ਨਾ,
ਭਾਈ ਬਲਵੀਰ ਸਿੰਘ ਜੀ ਤੇ ਭਾਈ ਸਾਹਿਬ ਨਿਰਮਲ ਸਿੰਘ ਜੀ ਪੜ੍ਹਦੇ ਆ ਨਾ ਵੀ 6-6 ਫੁੱਟ ਲੰਬੇ, ਹਾਥ ਨੇਜੇ ਜੈਸੇ ਖੰਭੇ। ਵੱਡੇ ਵੱਡੇ ਜਵਾਨ ਸਿੰਘਾਂ ਦੇ ਦਰਸ਼ਨ ਕੀਤੇ ਤੇ ਖਾਨ ਦੀਨਾ ਬੇਗ ਮੁਗਲ ਹੈਰਾਨ ਰਹਿ ਗਿਆ। ਨਜਰਾਨਾ ਖਾਲਸੇ ਲਿਓ ਔਕਛ ਲਾਈ ਤਨਖਾਹੇ। ਸਿੰਘ ਬੜੇ ਵੀਰ ਰਸਤ ਤਿਆਰ ਪਰ ਤਿਆਰ ਬੈਠੇ ਸਨ ਤੇ ਆ ਕੇ ਫਿਰ ਮੱਥੇ ਟੇਕੇ ਦੀਨਾ ਬੇਗ ਨੇ ਸਿੰਘਾਂ ਨੂੰ, ਨਜਰਾਨੇ ਦਿੱਤੇ ਤੇ ਤਨਖਾਹ ਲੱਗੀ ਉਹਨੂੰ। ਹਾਂਜੀ। दोहरा तब नवाब खालसे कहीं हम तुम गुर की आस। ਉਸ ਵੇਲੇ ਦੀਨਾ ਬੇਗ ਬੜਾ ਮਿੱਠਾ ਬਣ ਗਿਆ, ਬੜੇ ਪਿਆਰ ਨਾਲ, ਬੜੀ ਮਿੱਠੀ ਜ਼ੁਬਾਨ ਨਾਲ ਸਿੰਘਾਂ ਨੂੰ ਕਹਿੰਦਾ, ਖਾਲਸਾ ਜੀ ਮੈਂ ਵੀ ਗੁਰੂ ਦਾ ਰੋਡਾ ਭੋਡਾ ਸਿੱਖਿਆ ਤੇ ਮੈਨੂੰ ਵੀ ਤੇ ਤੁਹਾਨੂੰ ਵੀ ਗੁਰੂ ਦੀ ਆਸ ਹੈ ਤੇ ਤੁਸੀਂ ਹੁਣ ਕਿਰਪਾ ਕਰੋ ਮੈਨੂੰ ਆਪਣਾ ਭਰਾ ਸਮਝ ਲਓ। ਹਾਂਜੀ। सवेरे मारो काबली हम तुम कम होए रास। ਕੱਲ ਸਵੇਰੇ ਆਪਾਂ ਤਗੜੇ ਹੋ ਕੇ ਕਾਬਲੀ ਨਾਸਰ ਅਲੀ ਪਠਾਨ ਨੂੰ ਮਾਰ ਲਈਏ, ਪਰ ਜਲੰਧਰ ਤੋਂ ਪਠਾਨਾਂ ਨੂੰ ਭਜਾ ਦਈਏ ਤਾਂ ਤੁਹਾਡਾ ਵੀ ਕੰਮ ਰਾਸ ਤੇ ਮੇਰਾ ਵੀ ਕੰਮ ਰਾਸ। ਹਾਂ। चौपई तबे खालसे यूं हंस कहीं। ਅੱਗੋਂ ਸੁਣ ਕੇ ਖਾਲਸਾ ਬੋਲਿਆ, हम तुम रल मिल लड़नो नहीं। ਸਿੰਘ ਕਹਿਣ ਲੱਗੇ ਹੱਸ ਕੇ, ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਕਹਿਣ ਲੱਗੇ ਤੇਰਾ ਤੇ ਸਾਡਾ ਰਲ ਮਿਲ ਕੇ ਜੰਗ ਕਰਨਾ ਤੁਰਕਾਂ ਨਾਲ ਔਖਾ ਹੋ ਜਾਣਾ। ਹਾਂਜੀ। जबे खालसे उठे तलवार ਜਦੋਂ ਖਾਲਸੇ ਦੀ ਤਲਵਾਰ ਉੱਠੇਗੀ ਜੰਗ ਦੇ ਵਿੱਚ, बिन पहचान सब होए हैं मार। ਪਛਾਣ ਸਭੀ ਨਾ ਝਟਕ ਦਿਆਂਗੇ, ਕੀ ਪਤਾ ਤੇਰਾ ਆ ਗਿਆ ਵਿੱਚ ਭਾਵੇਂ ਉਹਨਾਂ ਦਾ ਆ ਗਿਆ, ਅਸੀਂ ਤਾਂ ਵੇਖਣਾ ਵੀ ਤੁਰਕ ਹੈ ਤੇ ਝਟਕ ਦੇਣਾ। ਅਸੀਂ ਸਿੰਘ ਦੀ ਪਛਾਣ ਤਾਂ ਰੱਖਦੇ ਆਂ ਵੀ ਦਾੜੀ ਕੇਸ ਸਾਬਤ ਤਿਆਰ ਬਰ ਤਿਆਰ ਸ਼ਸਤਰ ਬਸਤਰ ਸਜੇ, ਸਿੰਘ ਦੀ ਤਾਂ ਸਾਨੂੰ ਪਛਾਣ ਹੋ ਜਾਂਦੀ, ਦੂਜੇ ਦੀ ਸਾਨੂੰ ਪਛਾਣ ਕੋਈ ਨਹੀਂ ਹੁੰਦੀ। ਜਦੋਂ ਸਿੰਘਾਂ ਦੀ ਤੇਗ ਚੱਲੀ ਤੇ ਪਤਾ ਨਹੀਂ ਤੂੰ ਨਾ ਕਿਤੇ ਡਿੱਕੇ ਚੜ ਜਾਵੇ, ਕਿਤੇ ਤੇਰਾ ਹੀ ਨਾ ਭੋਗ ਪਾ ਦਈਏ ਪਹਿਲਾਂ। ਹਾਂਜੀ। तब नवाब ने अस ठहराई। ਤਾਂ ਨਵਾਬ ਦੀਨਾ ਬੇਗ ਕਹਿਣ ਲੱਗਾ, ਸਿੰਘੋ ਏਦਾਂ ਕਰਦੇ ਹਾਂ, अमरी पहुंच सिर टंगे हरियाई। ਤੁਸੀਂ ਸਾਡੀ ਫੌਜ ਦੀ ਕੋਈ ਨਿਸ਼ਾਨੀ ਵੱਖਰੀ ਕਰ। ਕਹਿੰਦੇ ਬਾਬਾ ਜੱਸਾ ਸਿੰਘ ਜੀ ਜਿੱਥੇ ਬੈਠੇ ਸਨ ਉੱਥੇ ਕਣਕ ਦਾ ਖੇਤ ਸੀਗਾ, ਖੇਤਾਂ 'ਚ ਬੈਠੇ ਸਨ ਤੇ ਕਣਕ ਜਿਹੜੀ ਸੀ ਨਾ ਉਹ ਹਰੀ ਹਰੀ ਅਜੇ ਸਿੱਟੇ ਨਿਕਲੇ ਸਨ। ਕਹਿ ਲਓ ਜਿਵੇਂ ਅੱਜ ਕੱਲ ਕਣਕਾਂ ਦੇ ਦਾਣੇ ਪੈ ਗਏ, ਸਿੱਟੇ ਨਿਕਲ ਆਏ ਨਾ। ਬਾਬਾ ਜੀ ਹੋਰਾਂ ਨੇ ਇੱਕ ਸਿੱਟਾ ਤੋੜ ਕੇ ਇਹਨਾਂ ਦੇ ਦੀਨਾ ਬੇਗ ਦੀ ਪੱਗ 'ਚ ਟੰਗ ਦਿੱਤਾ ਤੇ ਕਹਿਣ ਲੱਗੇ ਸਾਰੀ ਫੌਜ ਨੂੰ ਆਪਣੀ ਨੂੰ ਕਹੋ ਵੀ ਆਪਣੇ ਸਿਰ 'ਚ ਹਰੇ ਕਣਕ ਦੇ ਸਿੱਟੇ ਬੰਨ੍ਹ ਲੈਣ ਕੱਸ ਕੇ। ਜਿਹਦੇ ਸਿਰ 'ਚ ਹੋਇਆ ਨਾ ਸਿੱਟਾ ਕਣਕ ਦਾ ਉਹਨੂੰ ਤੇ ਅਸੀਂ ਨਹੀਂ ਮਾਰਨ ਲੱਗੇ, ਤੇ ਜਿਹਦੇ ਨਾ ਹੋਇਆ ਉਹਦਾ ਕੀਰਤਨ ਸੋਹਿਲਾ ਪੜ੍ਹ ਦਿਆਂਗੇ। ਇਹ ਹਿਸਾਬ ਲਾ ਲਓ ਤੁਸੀਂ। तबे खालसे लई सो मान। ਖਾਲਸੇ ਨੇ ਆਖਿਆ ਇਦਾਂ ਕਰ ਲਓ ਤੇ ਦੀਨਾ ਬੇਗ ਕਹਿੰਦਾ ਜੀ ਠੀਕ ਹੈ, ਮੈਂ ਆਪਣੇ ਸਾਰੀਆਂ ਫੌਜਾਂ ਦੇ ਸਿਰ ਤੇ ਆ ਤੁਹਾਡੀ ਨਿਸ਼ਾਨੀ ਜਿਹੜੀ ਤੁਸੀਂ ਦਿੱਤੀ ਹੈ ਨਾ ਹਰੇ ਕਣਕ ਦਾ ਸਿੱਟਾ, ਉਹ ਸਿਰ ਦੇ ਉੱਤੇ ਹਰਿਆਲੀ ਬੰਨ ਲਾਂਗੇ। ਜਿਹਦੇ ਸਿਰ ਤੇ ਹਰਾ ਘਾਹ ਜਾਂ ਹਰੀ ਕਣਕ ਹੋਏਗੀ ਉਹਨੂੰ ਛੱਡਿਆ ਜੇ, ਬਾਕੀ ਸਿੱਖ ਨਾ ਮਾਰ ਬਖਸ਼ਿਆ ਜੇ। ਹਨ। हम छाड़े यूं तुम्हें पहचान। ਕਹਿਣ ਲੱਗੇ ਅਸੀਂ ਤਾਂ ਤੇਰੀ ਕਣਕ ਤੋਂ ਤੈਨੂੰ ਪਛਾਣਾਂਗੇ ਵੀ ਆਹ ਦੀਨਾ ਬੇਗ ਦੇ ਬੰਦੇ ਹਨ। दोहरा सौ कीनो परात उठ सिर कणक टंगाए। ਕਹਿੰਦੇ ਉਸੇ ਵੇਲੇ ਦੀਨਾ ਬੇਗ ਨੇ ਆਪਣੀ ਫੌਜ ਨੂੰ ਕਹਿ ਦਿੱਤਾ, ਜਿੰਨੀ ਦੀਨਾ ਬੇਗ ਦੀ ਮੁਗਲ ਫੌਜ ਸੀਗੀ ਉਹਨਾਂ ਸਾਰਿਆਂ ਨੇ ਆਪਣੇ ਸਿਰ ਦੇ ਵਿੱਚ ਕਣਕ ਦੇ ਸਿੱਟੇ ਟੰਗ ਲਏ। डेरा कीनो कुज तब दई लड़ाई पाए। ਉਸੇ ਵੇਲੇ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ, ਕਰਮ ਸਿੰਘ ਪੈਜਗੜੀਆ, ਸਾਰੇ ਜਰਨੈਲ ਉੱਠੇ, ਅਰਦਾਸਾਂ ਸੋਧ ਕੇ ਨਗਾਰੇ ਚੋਭਾਂ ਲਾ ਦਿੱਤੀਆਂ ਤੇ ਜਲੰਧਰ ਨੂੰ ਖਾਲਸੇ ਦੀਆਂ ਫੌਜਾਂ ਤੁਰ ਪਈਆਂ। चौपई ਹੁਣ ਆਗੇ यूं जुगत बनाई। ਅੱਗੇ ਪਠਾਨਾਂ ਨੇ ਵੀ ਪੂਰੀ ਤਿਆਰੀ ਕੀਤੀ ਹੋਈ ਸੀ ਸਿੱਖਾਂ ਦਾ ਮੁਕਾਬਲਾ ਕਰਨ ਲਈ। ਮੋਰੇ ਮੋਰਚੋਂ ਬੰਦਿਓ ਆਈ। ਉਹਨਾਂ ਨੇ ਜਲੰਧਰ ਤੋਂ ਬਾਹਰ ਨਿਕਲ ਕੇ ਕਈ ਮੀਲ ਅੱਗੇ ਜਾ ਕੇ ਮੋਰਚਾ ਬੰਨਿਆ ਸੀ। ਤੋਪਖਾਨੇ ਕਿਉਂ ਆਗੇ ਜੋਰ। ਜਲੰਧਰ ਤੋਂ ਕਾਫੀ ਦੂਰ ਜਾ ਕੇ ਉਹਨਾਂ ਨੇ ਤੋਪਖਾਨਾ ਬੀੜਿਆ ਸੀ, ਜਿੱਧਰੋਂ ਸਿੱਖਾਂ ਨੇ ਤੇ ਦੀਨਾ ਬੇਗ ਨੇ ਆਉਣਾ ਉਹਨਾਂ ਦਾ ਰਾਹ ਤੋਪਾਂ ਨਾਲ ਰੋਕਿਆ ਹੋਇਆ ਸੀ।
ਦੂਈ ਤਰਪਣ ਕੀ ਜੰਬੂਰਨ ਕੋਰ ਇੱਕ ਪਾਸੇ ਤੋਪਖਾਨਾ ਤੇ ਇੱਕ ਪਾਸੇ ਜੰਬੂਰੇ, ਨਿੱਕੀਆਂ ਤੋਪਾਂ ਬੀੜੀਆਂ ਹੋਈਆਂ ਸਨ। ਮਦ ਸੋ ਫੌਜ ਸਵਾਰੀ ਤੇ ਰਹੀ ਵਿਚਕਾਰ ਅਸਵਾਰ ਫੌਜ ਘੋੜਿਆਂ ਵਾਲੀ ਸੀ। ਇਸ ਪਿਤ ਲੜਾਈ ਕੀਨੀ ਸਹੀ ਇਸ ਤਰ੍ਹਾਂ ਉਹਨਾਂ ਨੇ ਲੜਾਈ ਦੀ ਤਿਆਰੀ ਕੀਤੀ ਹੋਈ ਸੀ। ਉਤੇ ਨਵਾਜ ਵੀ ਫੌਜ ਚੜਾਈ ਉਧਰ ਦੀਨਾ ਬੇਗ ਨੇ ਵੀ ਆਪਣੀ ਫੌਜ ਨੂੰ ਤਰਤੀਬ ਨਾਲ ਤਿਆਰ ਕੀਤਾ ਵੀ ਅੱਜ ਮੁਕਾਬਲਾ ਬੜਾ ਗਹਿਰਾ ਹੋਣਾ ਜਲੰਧਰ ਦੇ ਪਠਾਣਾ ਨਾਲ। ਗਿਲਜਾਂ ਤੀਨੀ ਸੋ ਹਟਾਈ ਜਿਹੜੀ ਸਾਧ ਸੰਗਤ ਜੀ ਫੌਜ ਸੀ ਨਾ ਦੀਨਾ ਬੇਗ ਦੀ, ਉਹ ਤਾਂ ਤੋਪਖਾਨੇ ਦੇ ਗੋਲੇ ਝੱਲ ਨਾ ਸਕੀ। ਜਦੋਂ ਪਠਾਣਾ ਨੇ ਤੋਪਾਂ ਦੇ ਫੈਰ ਖੋਲੇ ਤੇ ਜੰਬੂਰਿਆਂ ਦੇ ਫੈਰ ਖੋਲੇ, ਕਾੜ ਕਾੜ ਕਰਦੀ ਬਿਜਲੀ ਵਰਗੀਆਂ ਤੋਪਾਂ ਕੜਕੀਆਂ ਤੇ ਦੀਨਾ ਬੇਗ ਦੀ ਫੌਜ ਪਿਛਾਂ ਨੂੰ ਹਟਣ ਲੱਗੀ। ਨਵਾਬ ਸਿੰਘਨ ਪੈ ਮਨੁੱਖ ਦੁੜਾਵੇਂ ਸਿੰਘ ਪਿੱਛੇ ਜਾਣ ਕੇ ਸਨ ਵੀ ਇਹਨੂੰ ਜ਼ੋਰ ਢਾ ਲੈਣ ਦੀ, ਇਹ ਬਣਨਾ ਨਾ ਜਾ ਕੇ ਇਹਨੇ ਸੂਬੇਦਾਰ ਬਣਨਾ ਤੇ ਸੂਬੇਦਾਰੀ ਦਾ ਕੋਈ ਮੁੱਲ ਵੀ ਤਾਰੇ ਨਾ। ਇਹ ਨਹੀਂ ਵੀ ਸਿੰਘ ਸ਼ਹੀਦੀਆਂ ਪਾਉਂਦੇ ਰਹਿਣ ਤੇ ਸੂਬੇਦਾਰ ਇਹ ਬਣ ਜਾਵੇ। ਸਿੰਘ ਪਿੱਛੇ ਸਨ। ਜਦੋਂ ਦੀਨਾ ਬੇਗ ਦੀ ਫੌਜ ਦੇ ਪੈਰ ਹਿੱਲਣ ਲੱਗੇ ਤੇ ਦੀਨਾ ਬੇਗ ਨੇ ਬਾਬਾ ਜੱਸਾ ਸਿੰਘ ਕੋਲ ਆਪਣੇ ਬੰਦੇ ਭੇਜੇ ਦੁੜਾਏ ਘੋੜਿਆਂ ਦੇ ਵੀ ਜਾਓ ਸਿੰਘਾਂ ਨੂੰ ਕਹੋ ਛੇਤੀ ਆਣ, ਅੱਗੇ ਆ ਕੇ ਲੜਾਈ ਲੜਨ। ਸਿੰਘ ਸੋ ਲੜਨੇ ਥੋੜੇ ਆਵੇਂ ਪਰ ਸਿੰਘ ਬੜੀ ਨੀਤੀ ਨਾਲ ਚੱਲਦੇ ਸੀ। ਅੱਜ ਕੱਲ ਵਰਗੇ ਸਿੱਖ ਨਹੀਂ ਸੀ ਵੀ ਮਿੰਟ 'ਚ ਕੋਈ ਗੱਲ ਹੋਈ ਕੱਢੀਆਂ ਕਿਰਪਾਨਾਂ ਬੋਲੇ 100 ਨਿਹਾਲ ਤੇ ਸੜਕਾਂ ਤੇ ਹੀ ਮਾਰੀ ਜਾਂਦੇ। ਆ ਪਿਛਲੇ 5-7 ਸਾਲਾਂ 'ਚ ਜੋ ਜਲੂਸ ਅਸੀਂ ਸਿੱਖੀ ਦਾ ਕੱਢਿਆ ਤੇ ਕਿਰਪਾਨਾਂ ਦਾ ਕੱਢਿਆ ਖਾਲਸਾ ਦੀ, ਕਦੀ ਨਹੀਂ ਇਦਾਂ ਹੋਇਆ। ਪਹਿਲੀ ਗੱਲ ਹੈ ਸਿੱਖ ਮਿਆਨ 'ਚੋਂ ਤਲਵਾਰ ਉਦੋਂ ਕੱਢੇ ਜਦੋਂ ਕਿਸੇ ਨੂੰ ਝਟਕਣਾ ਹੋਵੇ। ਪੁਰਾਣੇ ਸਿੰਘ ਮਿਆਨ 'ਚੋਂ ਕਿਰਪਾਨ ਨਹੀਂ ਸੀ ਕੱਢਦੇ। ਉਹ ਕਹਿੰਦੇ ਜੇ ਕੱਢ ਲਈ ਤੇ ਫਿਰ ਪਾਣੀ ਉਦੋਂ ਹੀ ਹੈ ਜਦੋਂ ਕਿਸੇ ਦਾ ਸਿਰ ਲਾਹ ਕੇ ਕਿਸੇ ਨੂੰ ਤਿਲਕ ਲੱਗ ਜਾਵੇ। ਇਹ ਥੋੜਾ ਵੀ ਐਵੇਂ ਹੀ ਕਿਰਪਾਨ ਕੱਢੀ ਹਵਾ 'ਚ ਘੁਮਾਈ ਤੇ ਜਕਾਰੇ ਗਜਾ ਕੇ ਤੇ ਜ਼ਮੀਨ ਤੇ ਹੀ ਮਾਰੀ ਗਏ। ਹੁਣ ਮੈਂ ਦੇਖਿਆ ਜਦੋਂ ਆ 2007 ਵਿੱਚ ਸਰਸੇ ਵਾਲੇ ਦਾ ਰੌਲਾ ਪਿਆ, ਕੱਢ ਕਿਰਪਾਨਾਂ ਬੋਲੇ 100 ਨਿਹਾਲ ਤੇ ਸੜਕਾਂ ਤੇ ਮਾਰੀ ਜਾਂਦੇ ਸਨ ਜ਼ਮੀਨ ਦੇ ਉੱਤੇ। ਗੁਰੂ ਦੀ ਸ਼ਸਤਰਾਂ ਦੀ ਇਹ ਬੇਅਦਬੀ ਹੈ। ਤੇ ਸਿੰਘ ਕਦੇ ਕੋਈ ਵੀ ਲੜਾਈ ਲੜਦੇ ਨੀਤੀ ਨਾਲ ਲੜਿਆ ਕਰਦੇ। ਬਾਬਾ ਜੱਸਾ ਸਿੰਘ ਨੇ ਆਖਿਆ ਵੀ ਐਵੇਂ ਥੋੜਾ ਬੰਦੇ ਮਰਵਾਣੇ ਆ ਸਿੰਘ, ਐਵੇਂ ਸਿੰਘਾਂ ਦੀ ਜਾਨਾਂ ਐਵੇਂ ਨਹੀਂ ਗਵਾਉਣੀਆਂ। ਇੱਕ ਇੱਕ ਸਿੰਘ ਦੀ ਜਾਨ ਲੱਖਾਂ ਤੋਂ ਕੀਮਤੀ ਹੁੰਦੀ ਹੈ। ਇਸ ਕਰਕੇ ਬਾਬਾ ਜੀ ਥੋੜੇ ਥੋੜੇ ਸਿੰਘਾਂ ਨੂੰ ਭੇਜਦੇ ਸਨ ਜੰਗ ਦੇ ਵਿੱਚ। ਨਵਾਬ ਫੌਜ ਉਨ ਤਈ ਚਲਾਈ ਨਵਾਬ ਦੀ ਫੌਜ ਦੇ ਪੈਰ ਹਿੱਲ ਗਏ। ਤੋਪ ਜੰਬੂਰਨ ਬਹੁਤੀ ਕਾਈ ਤੋਪਾਂ ਦੇ ਜੰਬੂਰਿਆਂ ਨਾਲ ਪਠਾਣਾ ਨੇ ਦੀਨਾ ਬੇਗ ਦੀ ਫੌਜ ਬਹੁਤ ਮਾਰ ਦਿੱਤੀ। ਨਵਾਬ ਫੌਜ ਤਾਂ ਫਿੱਕੀ ਪਈ ਤੋ ਦੀਨਾ ਬੇਗ ਨਵਾਬ ਦੀ ਫੌਜ ਫਿੱਕੀ ਪੈ ਗਈ। ਲੜਾਈ ਦੇ ਵਿੱਚ ਉਹਨਾਂ ਦਾ ਜ਼ੋਰ ਜਿਹੜਾ ਨਾ ਲੱਗ ਗਿਆ। ਹਾਂਜੀ, ਨਵਾਬ ਦਿਲੇ ਬਹੁ ਚਿੰਤਾ ਠਈ ਦੀਨਾ ਬੇਗ ਚਿੰਤਾ 'ਚ ਪੈ ਗਿਆ ਬਹੁਤ ਜ਼ਿਆਦਾ। ਤਬ ਨਵਾਬ ਨੇ ਘੱਲਿਆ ਸਵਾਰ ਤਾਂ ਉਸ ਵੇਲੇ ਦੀਨਾ ਬੇਗ ਨੇ ਬਾਬਾ ਜੱਸਾ ਸਿੰਘ ਕੋਲ ਫੇਰ ਆਪਣੇ ਬੰਦੇ ਭੇਜੇ ਦੁੜਾਏ ਫਟਾਫਟ। ਖਾਲਸੋ ਨ ਆਇਓ ਹਮਲੇ ਮਾਰ ਉਹ ਕਹਿੰਦਾ ਬਾਬਾ ਜੱਸਾ ਸਿੰਘ ਜੀ ਨੂੰ ਜਾ ਕੇ ਕਿ ਨਵਾਬ ਬੜਾ ਦੁਖੀ ਆ। ਉਹ ਕਹਿੰਦਾ ਬਾਬਾ ਜੀ ਸਾਨੂੰ ਮਰਵਾਉਣ ਵਾਸਤੇ ਲੈ ਕੇ ਆਏ ਸੀ, ਅਸੀਂ ਤਾਂ ਮਰ ਗਏ, ਤੁਸੀਂ ਆਏ ਨਹੀਂ ਅਜੇ ਤੱਕ। ਹਾਂਜੀ, ਦੋਹਰਾ ਤਬੈ ਖਾਲਸੇ ਯੂੰ ਕਹਿਓ ਹਮ ਲੜੇ ਸੋ ਵਕਤੇ ਔਰ ਬਾਬਾ ਜੱਸਾ ਸਿੰਘ ਜੱਗੂ ਕਹਿਣ ਲੱਗੇ ਅਸੀਂ ਆਪਣੀ ਮਰਜ਼ੀ ਨਾਲ ਹੀ ਲੜਨੇ ਹੁੰਦੇ ਆ। ਕਹਿੰਦੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ, ਸਾਡਾ ਟਾਈਮ ਹੋਰ ਤਰ੍ਹਾਂ ਦਾ ਹੁੰਦਾ, ਅਸੀਂ ਆਪਣੇ ਢੰਗ ਨਾਲ ਲੜਾਂਗੇ। ਸੁਖਾ ਪੀ ਕਾਬੇ ਫਿਰੈ ਫਿਰ ਕਰੈ ਸੁਚੇਤੇ ਤੌਰ ਪਹਿਲਾਂ ਅਸੀਂ ਦੇਗਾਂ ਦੁੱਗਾਂ ਛਕਾਂਗੇ ਸ਼ਰਦਾਈਆਂ ਤੇ ਫੇਰ ਅਸੀਂ ਕਾਬੇ ਫਿਰਾਂਗੇ। ਹੁਣ ਕਾਬੇ ਫਿਰਨ ਦਾ ਮਤਲਬ ਜੰਗਲ ਪਾਣੀ ਜਾਣਾ। ਕਹਿੰਦੇ ਅਸੀਂ ਕਾਬੇ ਜਾਵਾਂਗੇ ਤੇ ਫੇਰ ਅਸੀਂ ਲੜਾਂਗੇ, ਅਜੇ ਤੇ ਸਾਨੂੰ ਤੁਸੀਂ ਮਾੜਾ ਜਿਹਾ ਤਿਆਰ ਹੋ ਲੈਣ ਦਿਓ। ਹਾਂਜੀ, ਖਾਲਸੋ ਪਕੜੋ ਜਮ ਬੰਦੇ ਓ ਬਾਣੀ ਕਰੇ ਉਚਾਰ। ਹਾਂ, ਫਿਰ ਅਸੀਂ ਦਮਾਲੇ ਦਮੂਲੇ ਸਜਾਵਾਂਗੇ, ਇਸ਼ਨਾਨ ਪਾਣੀ ਕਰਾਂਗੇ, ਫਿਰ ਬਾਣੀ ਪੜਾਂਗੇ। ਜਦੋਂ ਅਸੀਂ ਬਾਣੀ ਪੜ ਕੇ ਕਾਇਮ ਹੋ ਜਾਾਂਗੇ ਫੇਰ ਲੜਾਂਗੇ ਅਸੀਂ। ਹਾਂਜੀ, ਹਮ ਪੈ ਹਮ ਗੁਰ ਆ ਖੜੇ ਹੋਏ ਫਤਿਹ ਜੈਕਾਰ। ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਸ਼ਰਦਾਈਆਂ ਛਕ ਕੇ ਜੰਗਲ ਪਾਣੀ ਜਾ ਕੇ ਇਸ਼ਨਾਨ ਪਾਣੀ ਕਰਾਂਗੇ, ਫਿਰ ਅਸੀਂ ਦਮਾਲੇ ਸਜਾਵਾਂਗੇ, ਬਾਣੀਆਂ ਪੜਾਂਗੇ, ਫਿਰ ਸਾਡਾ ਗੁਰੂ ਸਾਡੇ ਕੋਲ ਆ ਕੇ ਖੜ ਜਾਏਗਾ। ਇਹ ਗੱਲ ਸਾਧ ਸੰਗਤ ਜੀ ਐਵੇਂ ਨਹੀਂ ਕਹਿ ਰਹੇ ਸਿੰਘ। ਉਹਨਾਂ ਸਿੰਘਾਂ ਦਾ ਉਸ ਵੇਲੇ ਗੁਰੂ ਨਾਲ ਇਹ ਵਿਸ਼ਵਾਸ ਹੁੰਦਾ ਸੀ ਵੀ ਜਦੋਂ ਅਸੀਂ ਤਿਆਰ ਪਰ ਤਿਆਰ ਹੋ ਜਾਂਦੇ ਹਾਂ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਫਿਰ ਗੁਰੂ ਸਾਡੇ ਕੋਲ ਆ ਜਾਂਦਾ।
ਹਮ ਪੈ ਹਮ ਗੁਰ ਆ ਖੜੇ, ਉਦੋਂ ਸਾਡਾ ਗੁਰੂ ਸਾਡੇ ਕੋਲ ਆ ਜਾਏਗਾ, ਫਿਰ ਅਸੀਂ ਹੱਲਾ ਕਰਾਂਗੇ। ਫਿਰ ਤੇਰੀ ਲੋੜ ਕੋਈ ਨਹੀਂ, ਤੂੰ ਭਾਵੇਂ ਜਾਈ ਭਾਵੇਂ ਨਾ ਜਾਈ, ਫਿਰ ਜਲੰਧਰ ਅਸੀਂ ਮਿੰਟਾਂ 'ਚ ਹੀ ਮਾਰ ਲਵਾਂਗੇ। ਹਾਂਜੀ। ਚੌਪਈ ਇਤਨੇ ਮੈਂ ਸਿੰਘ ਪੈਸੋ ਤਿਆਰ। ਇਹ ਮੇਜ ਸਿੰਘ ਸਾਰੇ ਤਿਆਰੀਆਂ ਤੋਂ ਤਾਂ ਕਹਿਣਾ ਹੀ ਸੀ ਉਹਨਾਂ ਦਾ, ਤਿਆਰੀਆਂ ਕਰ ਲਈਆਂ। ਪੀਪੀ ਸੁਖੋਂ ਲੈ ਹਥਿਆਰ। ਦੇਗਾ ਪਾਣੀ ਛਕ ਕੇ ਸਿੰਘਾਂ ਨੇ ਸ਼ਸਤਰ ਸੰਭਾਲ ਲਏ। ਜਾਏ ਨਿਹੰਗਰ ਮੋਹਰਾ ਲਿਓ। ਨਿਹੰਗ ਸਿੰਘਾਂ ਦੀ ਫੌਜ, ਜਿਹੜੀ ਲੜਾਕੀ ਫੌਜ, ਭਿੰਗਵੀਂ ਸਿੰਘਾਂ ਦੀ ਫੌਜ, ਉਹ ਸਭ ਤੋਂ ਮੋਹਰੇ ਜਾ ਕੇ ਲੜੀ ਹੈ। ਮਜਬਨ ਜੁਧ ਸਿੰਘਨ ਠਿਓ। ਇਹ ਧਰਮ ਯੁੱਧ ਸੀਗਾ। ਗੁਰੂ ਖਾਲਸੇ ਦੇ ਮਨ ਵਿੱਚ ਭਾਰੀ ਜਜ਼ਬਾ ਇਸ ਗੱਲ ਦਾ ਸੀ ਕਿ ਨਾਸਰ ਅਲੀ ਨੇ ਕਰਤਾਰਪੁਰ ਸਾਹਿਬ ਸਾੜਿਆ ਹੈ। ਉਹ ਜਿਹੜੀ ਚੀਜ਼ ਸੀ ਨਾ, ਉਹ ਸਿੱਖਾਂ ਦੇ ਖੂਨ ਨੂੰ 10 ਗੁਣਾ ਜ਼ਿਆਦਾ ਉਬਾਲਾ ਦੇ ਰਹੀ ਸੀ ਕਿ ਕਰਤਾਰਪੁਰ ਥੰਮ ਸਾਹਿਬ ਦਾ ਬਦਲਾ ਲੈਣ ਲਈ, ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰੇ ਦਾ ਬਦਲਾ ਲੈਣ ਲਈ ਸਿੰਘਾਂ ਦਾ ਜਜ਼ਬਾ ਬਹੁਤ ਜ਼ਿਆਦਾ ਉਬਾਲੇ ਖਾ ਰਿਹਾ ਸੀ। ਸਿੰਘਨ ਆਗੇ ਤਾਰੇ ਪਾਏ। ਸਿੰਘਾਂ ਨੇ ਇੱਕਦਮ ਜਾ ਕੇ ਅੱਗੇ ਪੈਰ ਰੱਖੇ, ਭਾਵ ਨਾਸਰ ਅਲੀ ਦੀ ਫੌਜ ਤੇ ਬੜਾ ਕਰਾਰਾ ਹਮਲਾ ਖਾਲਸੇ ਨੇ ਕੀਤਾ। ਗਿਲਜਾਂ ਦੀਨੇ ਸੌ ਹਟਾਏ। ਪਰ ਅੱਗੇ ਉਹ ਗਿਲਜੇ ਪਠਾਨ ਵੀ ਕਿਹੜਾ ਘੱਟ ਸਨ, ਉਹ ਵੀ ਬੜੇ ਬਹਾਦਰ ਤੇ ਬੜੇ ਜੰਗੀ ਤੇ ਉਹਨਾਂ ਦਾ ਹਥਿਆਰ ਵੀ ਬੜੇ ਚੰਗੇ। ਉਹਨਾਂ ਨੇ ਵੀ ਸਿੱਖਾਂ ਦੇ ਪੈਰ ਹਿਲਾ ਦਿੱਤੇ। ਤਬ ਨਵਾਬ ਨੇ ਸੋਚਿਆ ਪਰੀ। ਜਦੋਂ ਪਹਿਲਾ ਹੱਲਾ ਸਿੱਖਾਂ ਦਾ ਖਾਲੀ ਗਿਆ ਤਾਂ ਨਵਾਬ ਦੀਨਾ ਬੇਗ ਚਿੰਤਾ 'ਚ ਪੈ ਗਿਆ ਵੀ ਇਹ ਸਿੱਖਾਂ ਦੀ ਮੈਨੂੰ ਬੜੀ ਉਮੀਦ ਸੀ ਵੀ ਇਹ ਫਤਿਹ ਕਰ ਦੇਣਗੇ, ਪਰ ਇਹਨਾਂ ਦੇ ਵੀ ਪੈਰ ਹਿੱਲ ਰਹੇ ਨੇ। ਖਾਸੇ ਤੇ ਕਛ ਅਛੀ ਨਾ ਸਰੀ। ਦੀਨਾ ਬੇਗ ਬਾਬੇ ਵਡਭਾਗ ਸਿੰਘ ਨੂੰ ਕਹਿੰਦਾ ਹੈ ਕਿ ਖਾਲਸੇ ਕੋਲੋਂ ਵੀ ਕੰਮ ਬਣਦਾ ਨਹੀਂ ਪਿਆ। ਦੋਹਰਾ ਸ਼ਾਮ ਸਿੰਘ ਕੇ ਡੇਰਿਓ ਪੈਜ ਗੜਿਓ ਕਰਮ ਸਿੰਘ। ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ ਤੇ ਪੈਜ ਗੜੀਆ ਸਰਦਾਰ ਕਰਮ ਸਿੰਘ, ਜਿਹਦੇ ਸ਼ਸਤਰ ਅਕਾਲ ਤਖਤ ਤੇ ਸ਼ਾਮ ਨੂੰ ਦਿਖਾਏ ਜਾਂਦੇ, ਸ਼ਹੀਦ ਕਰਮ ਸਿੰਘ। ਹਾਂਜੀ। ਤਿੰਨ ਸ਼ਸਤਰਿਓ ਬਸਤਰ ਸੋ ਕੀਓ ਇਸ਼ਨਾਨ ਨਿਸੰਗ। ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਸ਼ਸਤਰ ਬਸਤਰ ਸਜਾ ਕੇ ਬਾਣੀ ਪੜ੍ਹੀ, ਚੰਡੀ ਦਾ ਪਾਠ ਕੀਤਾ। ਚੌਪਈ ਤਬੈ ਕਰਮ ਸਿੰਘ ਪਇਓ ਸਵਾਰ। ਬਾਬਾ ਕਰਮ ਸਿੰਘ ਜੀ ਸ਼ਹੀਦ ਅਰਦਾਸਾ ਸੋਧ ਕੇ ਘੋੜੇ ਤੇ ਸਵਾਰ ਹੋਇਆ। ਦੀਨ ਮਜਬ ਜੁਧ ਹਿਰਦੈ ਸੁਧਾਰ। ਦੀਨ ਮਜਬ ਦਾ ਯੁੱਧ ਧਾਰਨ ਕਰਕੇ ਮਨ ਦੇ ਵਿੱਚ ਵੀ ਮਰਨਾ ਜਾਂ ਮਾਰਨਾ, ਪਿੱਛੇ ਨਹੀਂ ਹਟਣਾ। ਉਹ ਗੁਰਗਰੇ ਕੇ ਬਦਲੇ ਜਾਣ। ਗੁਰੂ ਘਰ ਦਾ ਬਦਲਾ, ਗੁਰਦੁਆਰਾ ਕਰਤਾਰਪੁਰ ਸਾਹਿਬ ਥੰਮ ਸਾਹਿਬ ਦਾ ਬਦਲਾ ਲੈਣ ਲਈ ਪਿੱਛੇ ਮੁੜਨਾ ਕੀਨੋ ਧਿਆਨ। ਮੁੜ ਕੇ ਪਿੱਛੇ ਧਿਆਨ ਨਹੀਂ ਕਰਨਾ, ਅੱਗੇ ਹੀ ਜਾਵਾਂਗੇ, ਭਾਵੇਂ ਮਰੀਏ ਭਾਵੇਂ ਮਾਰੀਏ, ਪਰ ਪਿੱਛੇ ਨਹੀਂ ਮੁੜਾਂਗੇ। ਅਰਦਾਸਾ ਸੋਧਿਆ ਕਰਮ ਸਿੰਘ ਸ਼ਹੀਦ ਨੇ। ਸੰਜੋਏ ਤਾਰ ਸਿਰ ਮੁਕਟ ਬੰਦਾਇਓ। ਸਾਧ ਸੰਗਤ ਜੀ, ਬਾਬੇ ਕਰਮ ਸਿੰਘ ਨੇ ਲੋਹੇ ਦੀ ਸੰਜੋਹ ਪਹਿਨੀ, ਦੁਮਾਲੇ ਦੇ ਉੱਤੇ ਚੱਕਰ ਸਜਾਏ ਤੇ ਸਾਰਾ ਸਰੀਰ ਲੋਹੇ ਨਾਲ ਮੜ ਲਿਆ। ਢਾਲ ਹਾਥ ਗਲ ਤੇਗੋ ਪਾਇਓ। ਗਾਦਰੇ ਤੇਗਾ ਤੇ ਢਾਲ ਸਜਾ ਲਈ। ਯੂੰ ਕਰਤੇ ਤਿੰਨ ਘੋੜੇ ਚਲਾਏ। ਏਦਾਂ ਕਰਦੇ ਸਾਰੇ ਸਿੰਘ, ਸ਼ਾਮ ਸਿੰਘ ਨਾਰਲੇ ਵਾਲਾ, ਕਰਮ ਸਿੰਘ ਪੈਜ ਗੜੀਆ, ਹੋਰ ਜਰਨੈਲ ਬਾਬਾ ਜੱਸਾ ਸਿੰਘ ਜੀ ਵਰਗੇ ਆਪਣੇ ਆਪਣੇ ਘੋੜਿਆਂ ਤੇ ਸਵਾਰ ਹੋ ਗਏ। ਜੋਸ ਪਿਆਰੇ ਸੋ ਸੰਗਤਾਏ। ਜਿਹੜੇ ਕਰਮ ਸਿੰਘ ਦੇ ਸਾਥੀ ਸਨ ਉਹ ਵੀ ਉਹਦੇ ਨਾਲ ਨਾਲ ਸ਼ਹੀਦੀਆਂ ਪਾਉਣ ਲਈ ਤੁਰ ਪਏ। ਦੋਹਰਾ ਜੈ ਗਿਲਜਨ ਕੋ ਜੋਰ ਥੋ ਤੈ ਪਹੁੰਚੇ ਸਿੰਘ ਤਾਏ। ਸਰਦਾਰ ਕਰਮ ਸਿੰਘ ਪੈਜਗੜੀਆ 94ਵਾਂ ਜਰਨੈਲ ਸੀਗਾ ਪੰਥ ਦਾ, ਤਾਂ ਹੀ ਤਾਂ ਸਾਧ ਸੰਗਤ ਜੀ ਉਹਨਾਂ ਦੇ ਸ਼ਸਤਰ ਤਖਤਾਂ ਦੇ ਰੱਖੇ ਹੋਏ ਆ, ਕੋਈ ਛੋਟੀਆਂ ਮੋਟੀਆਂ ਤਾਕਤਾਂ ਨਹੀਂ ਸਨ। ਉਹ ਸੱਚੀ ਮੁੱਚੀ ਜਿਉਂਦੇ ਸ਼ਹੀਦ ਸਨ। ਬਾਬਾ ਕਰਮ ਸਿੰਘ ਜੀ ਦੇ ਨਾਲ ਦੇ ਸਿੰਘ ਵੀ ਬੜੇ ਬਹਾਦਰ, ਜਾ ਕੇ ਨਾਸਰ ਅਲੀ ਦੀ ਫੌਜ ਤੇ ਪੈ ਗਏ। ਉਨਕੇ ਮੋਹਰੇ ਹਰੋਲ ਥੋ ਸਿੰਘ ਪਰਿਓ ਉਸੀ ਪੈ ਜਾਏ। ਇੱਕ ਹਰਿਆਵਲ ਦਸਤਾ ਹੁੰਦਾ ਹੈ। ਹਰਿਆਵਲ ਦਸਤੇ ਦਾ ਮਤਲਬ ਹੁੰਦਾ ਵੀ ਉਹ ਫੌਜ ਉਹ ਰੱਖੀ ਹੁੰਦੀ ਹੈ ਸੇਵ ਕਰਕੇ, ਵੀ ਜਿੱਥੇ ਕੋਈ ਜ਼ਿਆਦਾ ਦੁਸ਼ਮਣ ਆ ਜਾਏ ਤੇ ਉੱਥੇ ਫੌਜ ਭੇਜੀ ਜਾਂਦੀ ਹੈ। ਯਾਨੀ ਕਿਤੇ ਕੋਈ ਲੋੜ ਪੈ ਜਾਏ, ਐਮਰਜੈਂਸੀ ਫੌਜ ਭੇਜਣ ਵਾਸਤੇ ਨੂੰ ਹਰਿਆਵਲ ਦਸਤਾ ਘੋੜਸਵਾਰਾਂ ਦਾ ਕਹਿੰਦੇ ਆ। ਨਾਸਰ ਅਲੀ ਨੇ ਆਪਣਾ ਹਰਿਆਵਲ ਦਸਤਾ ਅੱਗੇ ਕੀਤਾ ਹੋਇਆ ਸੀ, ਔਰ ਹਰਿਆਵਲ ਦਸਤੇ ਦੇ ਜਿਹੜੇ ਲੜਾਕੇ ਹੁੰਦੇ ਆ ਨਾ, ਉਹ 94 ਹੁੰਦੇ ਆ, ਜਿਵੇਂ ਅੱਜ ਕੱਲ ਕਮਾਂਡੋ ਟ੍ਰੇਨਿੰਗ ਵਾਲੇ ਸਿਪਾਹੀ ਹੁੰਦੇ ਆ। ਉਹਦੇ ਉੱਤੇ ਬਾਬਾ ਕਰਮ ਸਿੰਘ ਜੀ ਨੇ ਹੱਲਾ ਬੋਲ ਦਿੱਤਾ। ਚੌਪਈ
ਹਰੋਲ ਸਿੰਘ ਤਬ ਆਵਤ ਦੇਖਾ। ਉਧਰੋਂ ਹਰਾਵਲ ਦਸਤਾ ਸਿੰਘਾਂ ਦੇ ਮੁਕਾਬਲੇ ਲਈ ਆ ਰਿਹਾ ਦੇਖਿਆ ਜਦੋਂ ਬਾਬੇ ਕਰਮ ਸਿੰਘ ਨੇ। ਪਰਿਓ ਸਿੰਘ ਪੈ ਹੋਏ ਸੁਰੇਖਾ। ਉਹ ਬੜੇ ਵੀਰ ਰਸ ਵਿੱਚ ਪਠਾਨ ਆਏ ਤੇ ਸਿੰਘ ਵੀ ਅੱਗੋਂ ਦੇ ਆਪਸੀ ਸਾਹਮਣੇ ਟਾਕਰਾ ਹੋ ਗਿਆ। ਆਏ ਤਲਵਾਰ ਸਿੰਘ ਤਿਨ ਸਿਰ ਲਾਈ। ਬਾਬਾ ਜੀ ਨੇ ਤਲਵਾਰ ਉਹਦੇ ਸਿਰ ਦੇ ਵਿੱਚ ਮਾਰੀ। ਮੁਕਟ ਸੈਦ ਸਿਰੋਂ ਪੱਗ ਗਿਰਾਈ। ਪਠਾਨ ਦਾ ਸਿਰ ਪੱਗ ਸਮੇਤ ਮੁਕਟ ਦੇ ਲੈ ਗਈ। ਦੋਹਰਾ ਸਿੰਘ ਸੋ ਬਿਨੀ ਪੱਗ ਤੇ ਓਏ ਸਿਰ ਤੇਗ ਸੋ ਚਾਰ। ਸਿੰਘ ਨੇ ਤਲਵਾਰ ਛੰਡੀ ਜ਼ੋਰ ਦੇ ਨਾਲ। ਗਿਰਿਓ ਪੂਮ ਜੰਬ ਸੋ ਤੇਗ ਲਗੀ ਸਿਰ ਪਾਰ। ਤਲਵਾਰ ਕਰਮ ਸਿੰਘ ਦੀ ਪਠਾਨ ਦੇ ਸਿਰ ਚੋਂ ਪਾਰ ਲੰਘੀ ਸੁੱਕੀ। ਕਰਮ ਸਿੰਘ ਪੱਗ ਬਿਨ ਪਰਿਓ ਜਨ ਬਿਨ ਬਾਜ ਕੁਲਾਹੇ। ਸੋ ਸਾਧ ਸੰਗਤ ਜੀ ਬਾਬਾ ਕਰਮ ਸਿੰਘ ਦੁਸ਼ਮਣ ਦੇ ਉੱਤੇ ਏਦਾਂ ਪਿਆ ਜਿਵੇਂ ਬਾਜ ਤੇ ਝਪਟ ਮਾਰਦਾ ਨਾ ਆਪਣੇ ਸ਼ਿਕਾਰ ਦੇ ਉੱਤੇ। ਹਾਂਜੀ ਤਿੱਤਰ ਜਿਮ ਗਿਲਿਓ ਪਰਿਓ ਰਖਿਓ ਸੀ ਥਾਏ। ਤੇ ਜਿਵੇਂ ਤਿੱਤਰ ਨੂੰ ਬਾਜ ਪੈਂਦਾ ਏਦਾਂ ਪਠਾਣਾ ਨੂੰ ਕਰਮ ਸਿੰਘ ਪੈ ਗਿਆ। ਜੋ ਪਈ ਤਵੇ ਖਾਲਸੇ ਹੱਲਾ ਕੀਓ। ਪਿੱਛੋਂ ਖਾਲਸੇ ਨੇ ਜ਼ੋਰ ਦਾ ਹੱਲਾ ਕਰ ਦਿੱਤਾ। ਮਾਰ ਤਲਵਾਰ ਆਗੇ ਧਰ ਲਿਓ। ਤਲਵਾਰਾਂ ਮਾਰ ਕੇ ਪਠਾਣਾ ਨੂੰ ਅੱਗੇ ਧਰ ਲਿਆ। ਲਈ ਓਟਨ ਤੋਪਨ ਮੋਹਰੇ। ਔਰ ਤੋਪਾਂ ਦੇ ਅੱਗੇ ਜਾ ਖਲੋਤੇ ਹਨ। ਬਾਰਾਂ ਛਲਕ ਜੇ ਗੋਲੇ ਦੋਹਰੇ। ਕਿਉਂਕਿ ਪਠਾਨ ਤੋਪਾਂ ਦੇ ਫੜੇ ਫੈਰ ਕਰ ਰਹੇ ਸਨ। ਉਹ ਟਕੀਆਂ ਕੀ ਥੈਲੀ ਚਲਾਵੇ। ਔਰ ਸਾਧ ਸੰਗਤ ਦੀ ਤੋਪ ਦੇ ਵਿੱਚ ਛਰਰੇ ਪਾਉਣ ਵਾਸਤੇ ਆ ਜਿਹੜੇ ਟਕੇ ਹੁੰਦੇ ਨਾ ਪੈਸੇ, ਜਿਹਨੂੰ ਆਪਾਂ ਭਾਨ ਵੀ ਕਹਿ ਦਿੰਦੇ ਆ, ਚੇਂਜ ਕਹਿ ਦਿੰਦੇ ਆ, ਸਿੱਕਿਆਂ ਦੀ, ਇਹ ਵਿੱਚ ਪਾ ਦਿਆ ਕਰਦੇ ਸਨ। ਤੇ ਉਹ ਜਿਹੜੇ ਇੱਕ ਤਾਂ ਗੋਲਾ ਹੁੰਦਾ, ਗੋਲਾ ਤਾਂ ਇੱਕ ਜਾਏਗਾ ਤੇ ਇੱਕ ਜਗ੍ਹਾ ਤੇ ਜਿੱਥੇ ਉਹਦੇ ਸਾਹਮਣੇ ਕੋਈ ਚੀਜ਼ ਆਈ ਉਹਨੂੰ ਲੱਗੇਗਾ। ਤੇ ਜਿਹੜੇ ਛਰੇ ਨੇ, ਛਰੇ ਖਿੰਡ ਕੇ ਪੈਣਗੇ ਬਹੁਤੇ ਬੰਦਿਆਂ ਨੂੰ। ਜਦੋਂ ਫੌਜ ਜ਼ਿਆਦੀ ਦੁਸ਼ਮਣ ਦੀ ਆ ਜਾਵੇ ਤਾਂ ਛਰੇ ਚਲਾਏ ਜਾਂਦੇ ਸੀਗੇ, ਜਿਹਦੇ ਵਿੱਚ ਪਹਿਲਾਂ ਬਰੂਦ ਪਾ ਕੇ ਉਹਦੇ ਅੱਗੇ ਟਕੇ ਪੈਸੇ, ਧੇਲੇ, ਜਿਹੜੇ ਤਾਂਬੇ ਦੇ ਪੈਸੇ ਜਾਂ ਸਿੱਕੇ ਦੇ, ਉਹ ਪਾ ਦਿੰਦੇ ਸਨ। ਉਹ ਜਿਹੜੇ ਸਨ ਗੋਲੀ ਬਣ ਕੇ ਲੱਗਦੇ, ਜਿਹਦੇ ਪਾਰ ਲੰਘ ਜਾਂਦੇ ਸਨ। ਉਹਨਾਂ ਨੇ ਚਲਾਏ ਹਨ। ਫਿਰ ਸਿੰਘ ਸੂਰ ਬਹੁ ਗਿਰ ਗਿਰ ਪਾਵੈ। ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾਣ ਲੱਗੇ ਤੋਪਖਾਨੇ ਦੇ ਮੂਹਰੇ ਜਾ ਕੇ ਲੜਨ ਵਾਲੇ। ਸਭ ਸਿੰਘਨ ਕਛ ਥੰਮਨ ਲਿਓ। ਗੁਰੂ ਖਾਲਸੇ ਨੇ ਕੁਝ ਮੋਰਚਾ ਸੰਭਾਲਿਆ, ਭਾਵ ਥੰਬਿਆ ਉਸ ਲੜਾਈ ਨੂੰ। ਬੰਦੂਕਨ ਕੋ ਬੋ ਰਾਬਾ ਦਿਓ। ਸਿੰਘਾਂ ਨੇ ਇੱਕ ਵਾਰੀ ਬੰਦੂਕਾਂ ਇਕੱਠੀਆਂ ਹੀ ਚਲਾ ਦਿੱਤੀਆਂ। ਰਾਬਾ ਕਹਿੰਦੇ ਵੀ ਇਕੱਠੀਆਂ ਹੀ 50-100 ਬੰਦੂਕ ਇਕੱਠੀਆਂ ਚਲਾ ਦੇਣੀਆਂ। ਜਿਹੜੀ 150 ਬੰਦੂਕ ਇਕੱਠੀ ਚੱਲੇਗੀ ਦੁਸ਼ਮਣ ਦੀ ਫੌਜ ਦੇ ਉੱਤੇ ਤੇ ਕੁਝ ਤਾਂ ਮਰਨਗੇ ਹੀ ਨਾ, ਕੁਝ ਡਰਨਗੇ, ਕੁਝ ਭੱਜਣਗੇ। ਬੰਦੂਕਣ ਸੋ ਬੋ ਦੁਰਾਨੀ ਗਿਰੇ। ਜਦੋਂ ਸਿੰਘਾਂ ਨੇ ਇਕੱਠੀਆਂ ਹੀ 100-200 ਬੰਦੂਕਾਂ ਚਲਾਈਆਂ ਤਾਂ ਦੁਰਾਨੀ ਬਹੁਤ ਸਾਰੇ ਪਠਾਨ ਉਹਦੇ ਨਾਲ ਮਰ ਕੇ ਡਿੱਗੇ। ਨੱਠਣ ਓਟ ਲੁਕਾਵੇਂ ਸਿਰੇ। ਉਹ ਫਿਰ ਨੱਠਣ ਵਾਸਤੇ ਇੱਧਰ ਉੱਧਰ ਸਿੰਘਾਂ ਦੀਆਂ ਗੋਲੀਆਂ ਤੋਂ ਬਚਾਅ ਕਰਨ ਲਈ ਸਿਰ ਲੁਕਾਉਂਦੇ ਫਿਰਦੇ। ਤਰ ਲੈ ਨਾਲ ਸੋ ਸ਼ੁੱਤਰ ਸੋ ਤਰ ਤੁਰੇ। ਸੁਤਰ ਨਾਲ ਇੱਕ ਹੁੰਦੀ ਹੈ ਬਹੁਤ ਲੰਮੀ ਬੰਦੂਕ, ਜਿਹੜੀ ਊਂਠ ਦੇ ਉੱਤੇ ਬੰਨੀ ਹੁੰਦੀ। ਊਂਠ ਦੇ ਉੱਤੇ ਇਦਾਂ ਲੱਕੜ ਦਾ ਇੱਕ ਖੜਜੰਗਾ ਜਿਹਾ ਬਣਾਇਆ ਹੁੰਦਾ, ਉਹਦੇ 'ਚ ਬੰਦੂਕ ਫਿੱਟ ਕੀਤੀ, ਉਹਨੂੰ ਸੁਤਰ ਨਾਲ ਕਹਿੰਦੇ ਆ। ਉਹ ਦੂਰ ਤਾਈਂ ਗੋਲੀ ਮਾਰਦੀ ਹੈ। ਊਂਠ ਵੀ ਉਹਦੇ ਥੱਲੇ ਦੌੜੀ ਜਾਂਦੇ ਆ, ਜਿੱਧਰ ਜਿੱਧਰ ਊਂਠਾਂ ਨੂੰ ਲੈ ਕੇ ਜਾਂਦੇ ਉੱਤੇ ਉਹ ਬੰਦੂਕ ਚਲਾਈ ਜਾਂਦੇ। ਹਾਂਜੀ ਨੱਠ ਦੁਰਾਨੀ ਡੇਰਨ ਮੁੜੇ। ਜਦੋਂ ਖਾਲਸਾ ਪਿੱਛੇ ਪੈ ਗਿਆ ਤੇ ਅਬਦਾਲੀ ਦੇ ਸਿਪਾਹੀ ਦੁਰਾਨੀ ਜਿਹੜੇ ਨੇ ਉਹ ਦੌੜ ਕੇ ਸਾਧ ਸੰਗਤ ਜੀ ਡੇਰਿਆਂ 'ਚ ਵੜ ਗਏ। ਦੋਹਰਾ ਤਬ ਨਵਾਬ ਸੋ ਦੇਖਿਓ ਫਤਿਹ ਖਾਲਸੋ ਪਾਏ। ਹੁਣ ਨਵਾਬ ਨੇ ਦੇਖਿਆ ਵੀ ਕਰਮ ਸਿੰਘ ਜਿਹੜਾ ਉਹਨੇ ਫਤਿਹ ਪਾ ਲਈ। ਉਹਦੀ ਫੌਜ ਨੇ, ਕਰਮ ਸਿੰਘ ਸ਼ਹੀਦ ਦੇ ਸਾਥੀਆਂ ਨੇ ਤੋਪਖਾਨਾ ਵੀ ਫੇਲ ਕਰ ਦਿੱਤਾ ਤੁਰਕਾਂ ਦਾ, ਪਠਾਣਾ ਦਾ। ਹਾਂਜੀ ਡਠੇ ਦੁਰਾਨੀ ਦੇਖ ਤਿਨ ਝੰਡੇ ਦਿਓ ਖੜਾ। ਦੁਰਾਨੀ ਦੀ ਫੌਜ ਭੱਜੀ ਜਾ ਰਹੀ ਹੈ ਤੇ ਸਿੱਖਾਂ ਨੇ ਆਪਣਾ ਨਿਸ਼ਾਨ ਸਾਹਿਬ ਮੈਦਾਨੇ ਜੰਗ 'ਚ ਗੱਡ ਦਿੱਤਾ ਹੈ ਤੇ ਸਿੱਖਾਂ ਦੀ ਜਿੱਤ ਦਾ ਪਤਾ ਲੱਗ ਰਿਹਾ। ਦੀਨਾ ਬੇਗ ਨੂੰ ਇਸ ਗੱਲ ਦਾ ਜਦੋਂ ਪਤਾ ਲੱਗਾ, ਜੋ ਪਈ ਨਵਾਬ ਸਿੰਘ ਪੈ ਵਕੀਲ ਦੁੜਾਏ। ਦੀਨਾ ਬੇਗ ਨੇ ਉਸ ਵੇਲੇ ਸਿੰਘਾਂ ਦੇ ਕੋਲ ਆਪਣੇ ਬੰਦੇ ਭੇਜੇ। ਸਿੰਘ ਜੀ ਫਤਿਹ ਲਈ ਤੁਮ ਪਾਏ। ਉਹਨੇ ਜਥੇਦਾਰ ਕਰਮ ਸਿੰਘ ਦੇ ਸਾਥੀਆਂ ਨੂੰ ਸਾਰਿਆਂ ਨੂੰ ਆਖਿਆ, ਸਿੰਘੋ
ਤੁਹਾਡੀ ਜਿੱਤ ਹੋ ਗਈ ਹੈ। ਆਗੇ ਕਦਮ ਨਾ ਕੀਓ ਜਾਏ। ਹੁਣ ਤੁਸੀਂ ਅੱਗੇ ਨਾ ਦੌੜੋ, ਭਾਵ ਅੱਗੇ ਕਦਮ ਨਾ ਕਰੋ। ਇਹਾਂ ਕੀ ਜੋ ਡੇਰਾ ਥਾਏ। ਰਾਤ ਪੈ ਰਹੀ ਹੈ, ਇੱਥੇ ਡੇਰਾ ਕਰ ਲਵੋ। ਇਮ ਹਮ ਝੰਡਾ ਦਿਓ ਖੜਾਏ। ਇੱਥੇ ਝੰਡਾ ਗੱਡ ਦਈਏ ਤੇ ਪਠਾਣਾ ਨੂੰ ਭੱਜਣ ਦਈਏ ਮੈਦਾਨ ਵਿੱਚੋਂ। ਨੱਠੇ ਕੁੱਤੇ ਨਾ ਗੈਲ ਦਬਾਏ। ਸਿਆਣੇ ਕਹਿੰਦੇ ਆ ਭੱਜੇ ਜਾਂਦੇ ਕੁੱਤੇ ਦਾ ਪਿੱਛਾ ਨਹੀਂ ਕਰੀਦਾ। ਫੌਜ ਨੱਠੇ ਨਾ ਗੈਲ ਦਬੀਐ। ਇਹ ਵੀ ਰਣ ਦੀ ਲੜਾਈ ਦੀ ਇੱਕ ਨੀਤੀ ਹੈ। ਦੀਨਾ ਬੇਖੈਰ ਲੜਾਈ ਦੀਆਂ ਨੀਤੀਆਂ ਬੜੀਆਂ ਜਾਣਦਾ ਸੀਗਾ। ਜਿਹੋ ਜਿਹਾ ਕਪਟੀ ਬੰਦਾ ਸੀ, ਉਹਨੂੰ ਕਈ ਚੀਜ਼ਾਂ ਚੰਗੀਆਂ ਵੀ ਆਉਂਦੀਆਂ ਸੀ ਲੜਾਈ ਦੇ ਪੱਖ ਤੋਂ। ਉਹ ਕਹਿੰਦਾ ਸਿੰਘੋ, ਭੱਜੇ ਜਾਂਦੇ ਦੁਸ਼ਮਣ ਦਾ ਪਿੱਛਾ ਨਹੀਂ ਕਰੀਦਾ ਹੁੰਦਾ। ਚਪੇ ਚੋਰ ਤੇ ਸੱਟ ਨਾ ਖਾਏ। ਜਿਵੇਂ ਚੱਪਿਆ ਚੋਰ ਸੱਟ ਮਾਰ ਦਿੰਦਾ, ਜੇ ਚੋਰ ਨੂੰ ਮੌਕੇ ਤੇ ਚੋਰੀ ਕਰਦੇ ਫੜ ਲਓ ਨਾ, ਚੋਰ ਦੀ ਤੇ ਸੱਪ ਦੀ ਡਲਕ ਮਾੜੀ ਮੰਨੀ ਜਾਂਦੀ ਹੈ। ਰਾਤ ਨੂੰ ਤੁਹਾਡੇ ਘਰ ਚੋਰ ਆ ਗਿਆ, ਤੁਸੀਂ ਡਰੋਗੇ ਵੀ ਮੈਂ ਇਹਨੂੰ ਹੱਥ ਪਾਵਾਂ ਕਿ ਨਾ ਪਾਵਾਂ। ਕਿਉਂ? ਜਦੋਂ ਹੱਥ ਪਾਵਾਂਗੇ ਉਹ ਵਾਰ ਕਰਕੇ ਭੱਜਣ ਦੀ ਕਰੇਗਾ, ਜਾਨ ਤੋਂ ਵੀ ਮਾਰ ਸਕਦਾ। ਚੱਪੇ ਚੋਰ ਨੂੰ ਹੱਥ ਨਹੀਂ ਪਾਈਦਾ, ਇਹ ਸਿਆਣਿਆਂ ਦੀ ਨੀਤੀ ਹੈ। ਭੱਜੇ ਜਾਂਦੇ ਦੁਸ਼ਮਣ ਦਾ ਪਿੱਛਾ ਨਹੀਂ ਕਰੀਦਾ, ਉਹ ਵੀ ਨੁਕਸਾਨ ਕਰ ਦਿੰਦਾ ਹੈ। ਦੋਹਰਾ ਨਟੀ ਜਾਤ ਫੌਜ ਪੀ ਕਰਤ ਜੀ ਪੈ ਖੇਲ। ਭੱਜੀ ਜਾਂਦੀ ਫੌਜ ਜਦੇ ਉਹਦੇ ਪਿੱਛੇ ਕੋਈ ਪੈ ਜਾਵੇ, ਜੇ ਆਪਾਂ ਕੋਈ ਵੀ ਫੌਜ ਭੱਜੀ ਜਾ ਰਹੀ ਹੈ, ਉਹਦੇ ਪਿੱਛੇ ਕੋਈ ਉਹਨੂੰ ਮਾਰਨ ਆ ਗਿਆ, ਪਿੱਛਾ ਕਰ ਰਿਹਾ, ਤਾਂ ਭੱਜੀ ਜਾਂਦੀ ਫੌਜ ਆਪਣੀ ਜਾਨ ਤੇ ਖੇਡ ਜਾਂਦੀ ਹੈ। ਕਿਵੇਂ? ਉਹ ਸੋਚਦੇ ਆ ਵੀ ਮਾਰ ਤਾਂ ਇਹਨਾਂ ਨੇ ਦੇਣਾ ਹੀ ਹੈ, ਫਿਰ ਆਪਾਂ ਇਹਨਾਂ ਨੂੰ ਮਾਰ ਦਈਏ। ਤੇ ਸਿੰਘੋ, ਇਦਾਂ ਤੁਸੀਂ ਉਹਨਾਂ ਦੇ ਪਿੱਛੇ ਜਾਓਗੇ ਤੇ ਕਿਤੇ ਤੁਹਾਡਾ ਜ਼ਿਆਦਾ ਨੁਕਸਾਨ ਨਾ ਹੋ ਜਾਵੇ। ਜਾਏ ਮਰੇ ਕੋਈ ਸੂਰਮਾ ਫਿਰ ਕਬ ਹੋਵੇ ਮੇਲ। ਸਿੰਘਾਂ ਦੀਆਂ ਪਿਆਰਿਆਂ ਦੀਆਂ ਜਾਨਾਂ ਕੀਮਤੀ ਨੇ। ਜੇ ਆਪਾਂ ਪਠਾਣਾ ਦੇ ਪਿੱਛੇ ਜਾਂਦੇ ਮਾਰੇ ਗਏ, ਕੋਈ ਸਿੰਘ ਪਿਆਰਾ ਆਪਣਾ ਵਿਛੜ ਗਿਆ, ਤੇ ਫਿਰ ਉਹ ਮੇਲ ਕਿੱਥੇ ਹੋਣਾ ਹੈ। ਹਾਂਜੀ, ਚੌਪਈ ਹਮ ਤੋਂ ਲੋੜ ਫਤਿਹ ਕੀ ਆਈ। ਦੀਨਾ ਵੇ ਕਹਿੰਦਾ ਸਾਨੂੰ ਤੇ ਫਤਿਹ ਚਾਹੀਦੀ ਸੀ, ਜਿੱਤ ਚਾਹੀਦੀ ਸੀ, ਉਹ ਮਿਲ ਗਈ ਹੈ। ਸੋ ਅਬ ਹਮਕੋ ਤੁਮ ਗੁਰ ਦਈ। ਸਾਨੂੰ ਤੇ ਤੁਹਾਨੂੰ ਗੁਰੂ ਨੇ ਫਤਿਹ ਦਿੱਤੀ ਹੈ। ਸਿੰਘ ਮਾਨ ਤੈਹੀ ਪੈ ਖੜੇ। ਦੀਨਾ ਵੇਗ ਦੀ ਗੱਲ ਸਿੰਘਾਂ ਨੇ ਮੰਨ ਲਈ ਤੇ ਉੱਥੇ ਹੀ ਖਲੋ ਗਏ। ਦੁਰਾਨੀ ਨਠ ਜਾ ਡੇਰਨ ਫੜੇ। ਤੇ ਦੁਰਾਨੀ ਜਾਂ ਆਪਣੇ ਡੇਰਿਆਂ 'ਚ ਜਾ ਵੜੇ। ਤੋਂ ਲਗ ਪਾਰ ਗਈ ਥੀ ਤਹਿ ਰਾਤ। ਉਹਨੇ ਜਿਹਨੂੰ ਰਾਤ ਪੈ ਗਈ, ਹਨੇਰੀ ਰਾਤ ਪੈ ਗਈ। ਐਸੀ ਪਈ ਤਾਂ ਕੀ ਬਾਤ। ਇਸ ਤਰ੍ਹਾਂ ਪਹਿਲੇ ਦਿਨ ਦੀ ਲੜਾਈ ਦਾ ਵਾਰਤਾਲਾਪ ਹੋਇਆ। ਕਹਿ ਦੁਰਾਨੀ ਆਪਣੇ ਡੇਰੇ। ਦੁਰਾਨੀ ਆਪਣੇ ਸਭ ਨਠ ਚਲੇ ਰਖੇ ਕੋ ਘੇਰੇ। ਤੇ ਉਹ ਘਬਰਾ ਗਏ ਸਨ ਦੁਰਾਨੀ। ਪਿੱਛੋਂ ਸਿੰਘਾਂ ਨੇ ਦੂਸਰਾ ਹੱਲਾ ਜਦੋਂ ਮਾਰਿਆ ਤੇ ਜਲੰਧਰ 'ਚ ਜਾ ਵੜੇ। ਉਹ ਕਥਾ ਆਪਾਂ ਅਗਲੇ ਪ੍ਰਕਰਨਾਂ ਵਿੱਚ